महला पहला। आप नारायण कला धार जग में परवरियो, निरंकार आकार जोत जग मंडल करियो। पहले पातशाह धन धन सतगुरु श्री गुरु नानक देव साहब जी महाराज सूही राग दे विच पवित्र पावन यह शब्द उचारण कर रहे हैं। काफ़ी छंद उचारते ने। बुल्ले शाह दियां काफियाँ बड़ियां प्रसिद्ध ने। मुसलमान सूफी फकीर काफियां दे विच गाया करते सन। जिवें शीरफियाँ हुंदियां ने, चौपियाँ हुंदियां ने, इस तरह काफ़ी भी छंद का नाम है। काफ़ी उचार रहे ने। घर दसवां। दसवें घर सुर ताल दे विच भामन शब्द उचार रहे हैं। एक ओंकार सतगुर प्रसाद। एक अद्वितीय ब्रह्म ओंकार सर्वदा प्रकाशक सत चित आनंद रूप जो सतगुरां दी कृपा द्वारा प्राप्त होंदा है। मानस जन्म दुलंभ गुरमुख पाया। ये भाई ये मनुखा जन्म बहुत कठिनाई नाल प्राप्त होने वाला है। जो गुरमुख जनां दा पाया होया सफला है। या गुरमुख जनां ने इस कठिनाई नाल प्राप्त होने वाले मनुखा जन्म दे विच मुखी गुरां द्वारा नाम या परमेश्वर नूं पाउणा कीता है। नाम पाया फिर परमेश्वर पाया। ये बहुत कठिनाई नाल मिलने वाला मनुखा जन्म है। कबीर मानस जन्म दुलंभ है। होए न बारंबार ज्यों बन फल पाके भोए गिरै, बहुर न लागे डार। कबीर साहब जी कहते ने ये मनुखा जन्म बहुत ही कठिनाई नाल मिलने वाला है। बार बार इसकी प्राप्ति नहीं होंदी। जरूरी नहीं कि इंसान चढ़ाई कर जाए फिर तो मनुखा जन्म मिलेगा। कीपता त्रिगत जूना या पशु पंछियों दीयां जूनां दे विच परमात्मा पा देवे। जिवें दरख्त दे नालों एक बार फल टुट गया वो बाद विच दरख्त दे नाल नहीं लगदा। एन इस तरह ही एक बार मनुखा जन्म की पौड़ी हथों छुटक गई, मुड़ के डंडा हाथ नहीं आउंदा। पौड़ी छुड़की हाथ ना आवे, अहला जन्म गवाया। ये दुर्लभ मिलने वाला जन्म व्यर्थ ही गवा लिया। डंडा छुटिया हाथ नहीं आया। तो इस वास्ते महाराज ने बाणी दे विच फरमान किया है, 184 जोन सबाई मानस को प्रभ दी वडियाई। इस पौड़ी ते जो नर चूकै सो आई जाए दुख पाइंदा। 84 लख जूनां दे विचों मानस जन्म सो उत्तम देही। भाई गुरदास साहब जी ने लिखिया कि जो मनुखा जन्म है ये उत्तम देह प्राप्त हुई है। जिहड़ा इस पौड़ी के डंडे नूं हाथों छुड देवेगा बाद दे विच ये मिलना बड़ा कठिन है। महापुरख संत ज्ञानी गुरबचन सिंह जी खालसा पिंडां वाले
ਉਹ ਆਮ ਤੌਰ 'ਤੇ ਦ੍ਰਿਸ਼ਟਾਂਤ ਦਿਆ ਕਰਦੇ ਕਿਵੇਂ ਜਿਵੇਂ ਬੋਹੜ ਦਾ ਜੋ ਦਰਖਤ ਹੈ ਇਹ ਬਹੁਤ ਵਿਸਤਾਰ ਵਾਲਾ ਮੰਨਿਆ ਹੈ। ਕਈ ਕਿੱਲਿਆਂ ਦੇ ਵਿੱਚ ਦਰਖਤ ਫੈਲਿਆ ਹੁੰਦਾ ਹੈ, ਅੱਗੇ ਦੀ ਅੱਗੇ ਜੜ੍ਹਾਂ ਲੱਗ ਕੇ। ਇੰਨੇ ਵਿਸਤਾਰ ਵਾਲਾ ਕਹਿੰਦੇ ਬੋਹੜ ਦਾ ਦਰਖਤ ਹੋਵੇ, ਜਿੰਨੇ ਉਹਦੇ ਪੱਤੇ ਹੁੰਦੇ ਨੇ ਇੰਨੇ ਇਨਸਾਨ ਦੇ ਪਿਛਲੇ ਜਨਮਾਂ ਦੇ ਪੁੰਨ ਜਮ੍ਹਾਂ ਹੋਣ ਤੇ ਤਾਂ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ, ਐਵੇਂ ਨਹੀਂ ਹੁੰਦੀ। ਫਿਰ ਜਿੰਨੀਆਂ ਗੋਲਾਂ ਨੇ ਇੰਨੇ ਪੁੰਨ ਕਹਿੰਦੇ ਜਮ੍ਹਾਂ ਹੋਣ ਤਾਂ ਸਿੱਖਾਂ ਦੇ ਘਰ ਜਨਮ ਮਿਲਦਾ। ਸਿੱਖਾਂ ਦੇ ਘਰ ਜਨਮ ਮਿਲਣਾ ਵੀ ਭਾਗਾਂ ਦੀ ਨਿਸ਼ਾਨੀ ਹੈ। ਜਿੰਨੀਆਂ ਸਾਰੇ ਗੋਲਾਂ ਦੇ ਵਿੱਚ ਬੀਜ ਹਨ ਇੰਨੇ ਇਨਸਾਨ ਦੇ ਪੁੰਨ ਜਮ੍ਹਾਂ ਹੋਣ ਤਾਂ ਜਿੱਥੇ ਆਪ ਬੈਠੇ ਹੋ ਇੱਥੇ ਵੀ ਸੀਟਾਂ ਬੁੱਕ ਹਨ। ਕਿੰਨੀ ਦੁਨੀਆ ਵੇਖ ਲਓ, ਪਰ ਸਾਰੇ ਗੁਰੂ ਘਰ ਆ ਕੇ ਨਹੀਂ ਬੈਠ ਸਕਦੇ। ਫਿਰ ਕਹਿਣਾ ਪਏਗਾ ਕਿ ਭਾਗਾਂ ਦੀ ਨਿਸ਼ਾਨੀ ਹੈ। ਸੋ ਜਿੰਨੀਆਂ ਗੋਲਾਂ ਦੇ ਵਿੱਚ ਇੰਨੇ ਬੀਜ ਨੇ ਓਨੇ ਪੁੰਨ ਹੋਣ ਤੇ ਤਾਂ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਦੇ ਵਿੱਚੋਂ ਸੋਝੀ ਮਿਲ ਕੇ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ, ਅੰਮ੍ਰਿਤ ਦੀ ਦਾਤ ਮਿਲਦੀ ਹੈ। ਫਿਰ ਨਾਮ ਬਾਣੀ ਦਾ ਅਭਿਆਸ ਕਰਕੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇੰਨੇ ਵੱਡੇ ਭਾਗ ਹਨ ਗੁਰਸਿੱਖਾਂ ਦੇ, ਐਵੇਂ ਨਾ ਸਮਝੇ ਕਿ ਇਹ ਆਮ ਇਸ ਤਰ੍ਹਾਂ ਹੀ ਹਨ। ਤਾਈਓਂ ਗੁਰੂ ਮਹਾਰਾਜ ਨੇ ਉਚਾਰਿਆ ਹੈ, ਪਾਤਸ਼ਾਹ ਜੀ ਕਥਨ ਕਰਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਵੱਡੇ ਭਾਗਾਂ ਵਾਲਿਆਂ ਨੂੰ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਜਿਵੇਂ ਸੰਗਤ ਕਰਦਾ ਇਨਸਾਨ ਤਿਵੇਂ ਤਿਵੇਂ ਖੋਟੀ ਮਾਂ ਦੂਰ ਹੁੰਦੀ ਹੈ। ਉਹਨਾਂ ਦੇ ਚਰਨਾਂ ਦੀ ਤੋੜ ਕਹਿੰਦੇ ਅਸੀਂ ਚਾਹੁੰਦੇ ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਹਿਰਦੇ 'ਚ ਪਰੋਤਾ ਹੋਇਆ। ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸੰਗਤ ਨਹੀਂ ਮਿਲਦੀ ਅਤੇ ਸੰਗਤ ਤੋਂ ਬਗੈਰ ਮਨ ਦੀ ਮੈਲ ਚੜ੍ਹੀ ਜਾਂਦੀ ਹੈ। ਲੱਥਣੀ ਤਾਂ ਕੀ ਹੈ, ਉਹ ਮਾੜਾ ਮੋਟਾ ਤੀਰਥ ਇਸ਼ਨਾਨ ਕਰਮ ਕਾਂਡ ਨਾਲ ਥੋੜ੍ਹੀ ਬਹੁਤੀ ਦੂਰ ਹੁੰਦੀ ਵੀ ਹੈ। ਫਿਰ ਕੋਈ ਨਾ ਕੋਈ ਬੁਰਾ ਕਰਮ ਹੋ ਜਾਂਦਾ, ਦੁੱਗਣੀ ਫਿਰ ਚੜ੍ਹ ਜਾਂਦੀ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਜੇਕਰ ਹਿਰਦਾ ਮੈਲ ਨਾਲ ਭਰਿਆ ਪਿਆ ਹੈ, ਬਾਹਰੋਂ ਤੀਰਥਾਂ 'ਤੇ ਨਹਾਉਂਦਾ ਹੈ, ਉਹਨੇ ਬੈਕੁੰਠ ਨੂੰ ਤਾਂ ਨਹੀਂ ਚਲੇ ਜਾਣਾ। ਲੌਕੀ 68 ਤੀਰਥ ਨਹਾਈ ਕੌਰਾਪਣ ਦਊ ਨਾ ਜਾਈ। ਸੋ ਪਾਤਸ਼ਾਹ ਫਰਮਾਉਂਦੇ ਨੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਹਾਤੇ ਆ ਦੋਏ ਪਾ ਚੜ੍ਹੀਆ ਸਹੋਰ। ਬਾਹਰ ਧੋਤੀ ਤੁੰਮੜੀ ਅੰਦਰ ਵੇਸਨ ਕੋਰ। ਸਾਧ ਬੜੇ ਅਨ ਨਹਾਤੇ ਆ
ਚੋਰ ਸੇ ਚੋਰਾ ਚੋਰ। ਚੋਰ ਨੇ ਚੋਰ ਰਹਿਣਾ ਹੈ, ਭਾਵੇਂ ਜਿੰਨੇ ਮਰਜ਼ੀ ਤੀਰਥ ਨਾ ਲਏ। ਜਿਹੜਾ ਸਾਧ ਹੈ ਉਹਨੂੰ ਤੀਰਥਾਂ 'ਤੇ ਨਹਾਉਣ ਦੀ ਲੋੜ ਕੋਈ ਨਹੀਂ। ਕਹਿਣ ਤੋਂ ਭਾਵ ਹੈ ਕਰੇ ਦੋ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਪਾਦਾ ਚੋਰ। ਸੋ ਜੇ ਕੋਈ ਖੋਟੇ ਕਰਮ ਕਰਦਾ ਹੈ, ਦਿਖਾਵਾ ਹੋਰ ਕਰਦਾ ਹੈ, ਤਾਂ ਉਹਨੇ ਚੋਰ ਦਾ ਸਾਧ ਨਹੀਂ ਬਣ ਜਾਣਾ ਹੈ। ਸੋ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਸੰਗਤ ਮਿਲਣੀ ਹੈ, ਮਨੁੱਖਾ ਜਨਮ ਮਿਲਣਾ ਹੈ। ਪਾਤਸ਼ਾਹ ਦਾ ਬਚਨ ਹੈ, ਗੁਰ ਸੇਵਾ ਦੇ ਭਗਤ ਕਮਾਈ, ਤਾਬੇ ਮਾਨਸ ਦੇ ਹੀ ਪਾਈ। ਗੁਰੂ ਦੀ ਸੇਵਾ ਕੀਤੀ ਹੈ, ਭਗਤੀ ਕੀਤੀ ਹੈ, ਕਮਾਈ ਕੀਤੀ ਹੈ, ਤਾਂ ਹੀ ਮਨੁੱਖਾ ਜਨਮ ਮਨੁੱਖਾ ਦੇਹ ਪਾਈ ਹੈ। ਜਾਂ ਮਨੁੱਖਾ ਦੇਹ ਪਾਈ ਹੋਈ ਤਾਂ ਸਫਲ ਹੈ ਜੇ ਗੁਰੂ ਦੀ ਸੇਵਾ ਕਰੀਏ, ਭਗਤੀ ਦੀ ਕਮਾਈ ਕਰੀਏ, ਨਹੀਂ ਤਾਂ ਨਹੀਂ ਸਫਲੀ। 84 ਲੱਖ ਜੂਨ ਵਿੱਚ ਪਹਿਲਾਂ ਵੀ ਇਹ ਭਾਈ ਗੁਰਦਾਸ ਸਾਹਿਬ ਦੀ ਪੰਕਤੀ ਮੈਂ ਆਪ ਨੂੰ ਪੜ੍ਹ ਕੇ ਸੁਣਾਈ ਹੈ ਕਿ ਭਾਈ ਸਾਹਿਬ ਕਹਿੰਦੇ ਨੇ 84 ਲੱਖ ਜੂਨਾਂ ਦੇ ਵਿੱਚ ਉਤਮ ਜਨਮ ਸੋ ਮਾਨਸ ਦੇਹੀ, ਸਭ ਤੋਂ ਉੱਤਮ ਇਹ ਮਨੁੱਖਾ ਦੇਹੀ ਦਾ ਜਨਮ ਹੈ। ਅੱਖੀਂ ਵੇਖਣ ਕਰਨ ਸੁਣ, ਕਿਉਂ ਜੋ ਅੱਖਾਂ ਸ਼ੁਭ ਵੇਖਦੀਆਂ, ਕੰਨ ਸ਼ੁਭ ਬਚਨ ਸੁਣਦੇ, ਮੁਖ ਸ਼ੁਭ ਬੋਲਣ ਬਚਨ ਸੁਨੇਹੀ, ਅਰਥਾਤ ਜ਼ਬਾਨ ਸ਼ੁਭ ਅਤੇ ਪ੍ਰੇਮ ਦੇ ਵਾਕ ਬੋਲਦੀਆਂ ਨੇ। ਭਾਵੇਂ ਕਿ ਪਸ਼ੂ ਪੰਛੀ ਵੀ ਵੇਖਣ ਆਦਿ ਦੀ ਕਿਰਿਆ ਕਰਦੇ ਨੇ, ਪਰੰਤੂ ਉਹਨਾਂ 'ਚ ਸ਼ੁਭ ਅਸ਼ੁਭ ਦਾ ਗਿਆਨ ਨਹੀਂ ਹੈ। ਕੀ ਵੇਖਣਾ ਕੀ ਨਹੀਂ ਵੇਖਣਾ। ਬੰਦੇ ਨੂੰ ਰੱਬ ਨੇ ਅੱਖਾਂ ਨਾਲ ਦਿਮਾਗ ਵੀ ਦਿੱਤਾ ਹੈ ਵੀ ਆਹ ਕੁਝ ਵੇਖਣਾ ਨਹੀਂ ਵੇਖਣਾ। ਅਤੇ ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਕਬੀਰ ਮਾਨਸ ਜਨਮ ਦੁਲੰਭ ਹੈ। ਸੋ ਇਸ ਲਈ ਹੱਥੀਂ ਕਾਰ ਕਮਾਵਣੀ, ਪੈਰੀ ਚੱਲ ਸਤਸੰਗ ਮਨੇਹੀ। ਇਹ ਬੰਦਾ ਮਨੁੱਖਾ ਦੇਹ ਪਾ ਕੇ ਹੱਥ 'ਤੇ ਹੱਥ ਰੱਖ ਕੇ ਬੈਠਾ ਰਹਿੰਦਾ, ਸਰੀਰ ਨੇ ਵੱਧ ਨਹੀਂ ਜਾਣਾ। ਜਿੰਨਾ ਇਹ ਤੋਂ ਕੰਮ ਲੈ ਲਈਏ ਓਨਾ ਥੋੜ੍ਹਾ ਹੈ, ਕੰਮ ਕਰਦੇ ਨੇ ਘੱਟ ਨਹੀਂ ਜਾਣਾ। ਸਗੋਂ ਮਨ ਖੁਸ਼ ਰਹੇਗਾ, ਤੰਦਰੁਸਤ ਰਹੇਗੀ। ਇਸ ਲਈ ਹੱਥੀਂ ਸੇਵਾ ਕਰਨੀ ਚਾਹੀਦੀ ਗੁਰੂ ਘਰ ਦੀ। ਘਰਦਿਆਂ ਦੀ ਤਾਂ ਸਾਰੇ ਕਰਦੇ ਨੇ, ਘਰਦਿਆਂ ਦੀ ਸੇਵਾ ਤਾਂ ਇੱਕ ਫਰਜ਼ ਹੈ। ਜੋ ਮਾਂ ਪਿਓ ਭੈਣ ਭਰਾ ਪਰਿਵਾਰ ਦੇ ਮੈਂਬਰ ਨੇ, ਉਹਦਾ ਕੋਈ ਫਲ ਨਹੀਂ ਮਿਲਦਾ, ਕੋਈ ਲਾਭ ਨਹੀਂ ਮਿਲਦਾ। ਲਾਭ ਮਿਲਦਾ ਹੈ ਜਿਹਨੂੰ ਅਸੀਂ ਨਹੀਂ ਜਾਣਦੇ, ਉਹਦੀ ਸੇਵਾ ਕਰੀਏ, ਗੁਰੂ ਕੀ ਸੰਗਤ ਦੀ ਸੇਵਾ ਕਰੀਏ। ਭਾਈ ਗੁਰਦਾਸ ਜੀ ਨੇ ਲਿਖਿਆ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਤੋਂ ਬਿਨਾਂ ਹੱਥ ਅਤੇ ਪੈਰ ਬਿਲਕੁਲ ਨਿਸਫਲ ਨੇ। ਜੋ ਵੀ ਕੁਛ ਕਰਨਾ ਕਿਸੇ ਵੀ ਅਰਥ ਨਹੀਂ। ਇੱਕ ਅਮੀਰਜ਼ਾਦਾ, ਅਮੀਰਾਂ ਦਾ ਕਾਕਾ, ਸੋਹਣਾ ਪੁਸ਼ਾਕਾ ਪਾਇਆ ਹੋਇਆ, ਕਲਗੀਧਰ ਮਹਾਰਾਜ ਨੂੰ ਮੱਥਾ ਟੇਕਣ ਆਇਆ। ਲਾਗੇ ਖੜਾ ਸੀਗਾ। ਕੁਦਰਤੀ ਗੁਰੂ ਜੀ ਨੂੰ ਪਿਆਸ ਲੱਗੀ। ਇਹ ਸਾਨੂੰ 10ਵੀਂ ਦੀ ਕਿਤਾਬ ਦੇ ਵਿੱਚ ਕਵਿਤਾ ਵੀ ਲੱਗੀ ਹੋਈ ਸੀ। ਅਤੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਜੀ ਨੇ ਜਲ ਦੀ ਮੰਗ ਕੀਤੀ ਕਿ ਕੋਈ ਹੈ ਸਾਨੂੰ ਜਲ ਛਕਾਵੇ। ਕੁਦਰਤੀ ਸਿੰਘ ਨਜ਼ਦੀਕ ਕੋਈ ਨਹੀਂ ਸੀਗਾ। ਸ਼ਾਇਦ ਮਹਾਰਾਜ ਨੇ ਕਿਤੇ ਜਾਣਾ ਹੋਏਗਾ, ਤਿਆਰੀ 'ਚ ਲੱਗੇ ਹੋਣਗੇ ਸਾਰੇ। ਸੇਵਾਦਾਰ ਪਾਸ ਨਾ ਹੋਣ ਕਰਕੇ ਉਹਨੇ ਸੋਚਿਆ ਕਿ ਮੈਂ ਹੀ ਜਲ ਛਕਾ ਦਿੰਦਾ ਹਾਂ। ਜਦ ਉਹਨੇ ਜਲ ਦਾ ਕਟੋਰਾ ਭਰ ਕੇ ਗੁਰੂ ਜੀ ਦੇ ਸਨਮੁਖ ਕੀਤਾ, ਉਹਦੇ ਹੱਥ ਬੜੇ ਨਰਮ ਸੀਗੇ। ਹੱਥਾਂ ਵੱਲ ਵੇਖ ਕੇ ਮਹਾਰਾਜ ਕਹਿਣ ਲੱਗੇ, ਹੇ ਭਾਈ ਸਿੱਖਾ,
ਤੂੰ ਸੇਵਾ ਕੀ ਕਰਦਾ ਹੁੰਦਾ ਹੈ? ਕਹਿੰਦਾ ਜੀ ਮੈਂ ਕੋਈ ਸੇਵਾ ਨਹੀਂ ਕਰਦਾ, ਕੋਈ ਮੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪਈ। ਘਰ ਵਿੱਚ ਨੌਕਰ ਚਾਕਰ ਨੇ, ਇਸ ਲਈ ਮੈਂ ਕੋਈ ਕੰਮ ਨਹੀਂ ਕਰਦਾ, ਮੈਨੂੰ ਕੰਮ ਕਰਨ ਦੀ ਆਦਤ ਨਹੀਂ ਹੈ, ਮੈਂ ਸੇਵਾ ਨਹੀਂ ਕੋਈ ਕਰਦਾ। ਮਹਾਰਾਜ ਨੇ ਜਲ ਡੋਲ ਦਿੱਤਾ ਅਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਆਪ ਨੂੰ ਪਿਆਸ ਲੱਗੀ, ਆਪ ਨੇ ਜਲ ਨਹੀਂ ਛਕਿਆ। ਪਾਤਸ਼ਾਹ ਕਹਿੰਦੇ ਕਿ ਮੁਰਦਾ ਸਰੀਰ ਨਾਲ ਕੋਈ ਵੀ ਚੀਜ਼ ਟੱਚ ਹੋ ਜਾਏ ਅਪਵਿੱਤਰ ਹੋ ਜਾਂਦੀ ਹੈ। ਆਮ ਲੋਕ ਮੁਰਦਾ ਦੇਹ ਨੂੰ ਸਾੜਨ ਤੋਂ ਬਾਅਦ ਕੇਸੀ ਇਸ਼ਨਾਨ ਕਰਕੇ ਕੱਪੜੇ ਧੋਂਦੇ ਨੇ, ਨਵੇਂ ਬਸਤਰ ਬਦਲਦੇ ਨੇ। ਕਿਉਂ? ਜਿੱਥੇ ਮੁਰਦਾ ਪਿਆ ਉਹੀ ਜਗ੍ਹਾ ਧੋਂਦੇ ਨੇ, ਅਪਵਿੱਤਰ ਹੈ। ਇਸ ਲਈ ਇਹ ਮੇਰੇ ਪਾਣੀ ਪੀਣ ਦੇ ਯੋਗ ਨਹੀਂ ਰਿਹਾ, ਤਾਂ ਮੈਂ ਡੋਲ ਦਿੱਤਾ। ਕਹਿੰਦਾ ਜੀ ਮੈਂ ਤਾਂ ਜਿਉਂਦਾ ਹਾਂ, ਪਾਣੀ ਤਾਂ ਮੈਂ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਸੇਵਾ ਬਿਨਾਂ ਮੁਰਦਾ ਹੈ। ਜਿੰਨਾ ਚਿਰ ਤੂੰ ਸੇਵਾ ਨਹੀਂ ਕਰਦਾ ਉਨਾ ਚਿਰ ਮੁਰਦਾ ਹੈ। ਉਹਨੇ ਮਾਫੀ ਮੰਗੀ। ਕਹਿੰਦਾ ਜੀ ਮੈਨੂੰ ਬਖਸ਼ ਲਓ। ਗੁਰੂ ਸਾਹਿਬ ਕਹਿੰਦੇ ਕਿ ਕੋਈ ਨਾ ਕੋਈ ਸੇਵਾ ਕਰਿਆ ਕਰ, ਕਿਉਂਕਿ ਸੋ ਜਿਹੜੇ ਹੱਥ ਪੈਰ ਨੇ ਉਹਨਾਂ ਦੀ ਸਫਲਤਾ, ਜਿਹੜਾ ਮਹਾਰਾਜ ਨੇ ਸਰੀਰ ਦਿੱਤਾ ਹੈ ਉਹਦੀ ਸਫਲਤਾ ਸੇਵਾ ਤੋਂ ਬਗੈਰ ਨਹੀਂ ਹੋ ਸਕਦੀ। ਵਿਣ ਸੇਵਾ ਫਲ ਕਬੋ ਨਾ ਪਾਵਸ, ਸੇਵਾ ਕਰਨੀ ਸਾਰੀ। ਇਹ ਦੇਹ ਦਾ ਕੀ ਫਾਇਦਾ ਜੇ ਕੁਝ ਕੀਤਾ ਹੀ ਨਹੀਂ, ਕਿਸੇ ਦਾ ਸਵਾਰਿਆ ਹੀ ਨਹੀਂ। ਦੇਹਾਂ ਦਾ ਪਸ਼ੂ ਪੰਛੀਆਂ ਦੀਆਂ, ਤੋਤਿਆਂ ਕੁੱਤਿਆਂ ਬਿੱਲਿਆਂ ਦੀਆਂ ਵੀ ਨੇ। ਮਨੁੱਖਾ ਦੇਹੀ ਦਾ ਇਹੀ ਲਾਭ ਹੈ ਕਿ ਉਹ ਕਿਸੇ ਦਾ ਕੁਝ ਸਵਾਰੇ, ਸੇਵਾ ਕਰੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਜੰਦਿਆ ਵਰ ਪਾਵਨ, ਹਉਮੈ ਵਿੱਚੋਂ ਜਾਏ। ਸੋ ਇੱਕ ਵਾਰ ਗੁਰੂ ਸਾਹਿਬ ਜੀ ਜੰਗਲ ਦੇ ਵਿੱਚ ਬੈਠੇ ਮੰਗਲ ਲਾ ਰਹੇ ਸੀ। ਮਰਦਾਨੇ ਨੂੰ ਆਖਿਆ, ਮਰਦਾਨਿਆ ਅੰਮ੍ਰਿਤ ਵੇਲਾ ਸੀਗਾ। ਆਖਿਆ ਰਬਾਬ ਜਾ ਬਾਣੀ ਆਈ, ਆਪਾਂ ਕੀਰਤਨ ਕਰੀਏ। ਕੀਰਤਨ ਕੀਤਾ। ਜਦ ਗੁਰੂ ਸਾਹਿਬ ਕੀਰਤਨ ਕਰਦੇ ਤਾਂ ਜਿਹੜੇ ਦਰਖਤ ਸਨ ਉਹ ਆਨੰਦ ਵਿੱਚ ਝੂਮਣ ਲੱਗ ਜਾਂਦੇ। ਜਿਹੜੇ ਪੰਛੀ ਅਤੇ ਪਸ਼ੂ ਆਦਿਕ ਹੁੰਦੇ ਜੰਗਲ ਵੇਲੇ ਦੇ, ਉਹ ਖੜ੍ਹ ਕੇ ਕੀਰਤਨ ਸੁਣਨ ਲੱਗ ਪੈਂਦੇ, ਜੜ ਹੋ ਜਾਂਦੇ। ਸ਼ੇਰ ਚੀਤੇ ਬਘਿਆੜ ਆਦਿਕ ਵੀ ਆਪਣਾ ਸੁਭਾਅ ਚੇਂਜ ਕਰ ਲੈਂਦੇ। ਇੱਕ ਬਘਿਆੜ ਜਿਹੜਾ ਮਾਰ ਪਾੜ ਖਾਣ ਵਾਲਾ ਜਾਨਵਰ, ਉਹਨੇ ਵੀ ਕੀਰਤਨ ਸੁਣਿਆ ਜੀ। ਕੀਰਤਨ ਸੁਣਨ ਤੋਂ ਬਾਅਦ ਉਹਨੂੰ ਮਸਤੀ ਚੜ੍ਹ ਗਈ, ਬੜਾ ਉਹਨੂੰ ਆਨੰਦ ਆਇਆ। ਪੂਰਾ ਮੰਤਰ ਮੁਗਧ ਹੋ ਕੇ ਸਿਰ ਸੁੱਟ ਕੇ ਉਹਨੇ ਕੀਰਤਨ ਸੁਣਿਆ। ਉਹਦੇ ਲਾਗੇ ਇੱਕ ਮੁਰਦਾ ਪਿਆ ਸੀ, ਉਹਨੂੰ ਭੁੱਖ ਲੱਗੀ। ਉਹ ਮੁਰਦੇ ਦੇ ਕੋਲ ਮੁਰਦਾ ਖਾਣ ਲਈ ਗਿਆ ਤਾਂ ਸਾਧ ਸੰਗਤ ਜੀਓ, ਉਹਨੇ ਸਭ ਤੋਂ ਪਹਿਲਾਂ ਉਹਦੇ ਮੂੰਹ ਨੂੰ ਜਾ ਕੇ ਸੁੰਘਿਆ, ਮੱਥੇ ਨੂੰ ਆਪਣਾ ਬੂਥਾ ਲਾਇਆ, ਪਰ ਉਹਨੇ ਚੱਕ ਨਹੀਂ ਮਾਰਿਆ। ਫਿਰ ਉਹਨੇ ਹੱਥਾਂ ਅਤੇ ਬਾਹਾਂ ਨੂੰ ਜਾ ਕੇ ਸੁੰਘਿਆ, ਪਰ ਚੱਕ ਨਹੀਂ ਮਾਰਿਆ। ਅਤੇ ਇਸੇ ਤਰ੍ਹਾਂ ਲੱਤਾਂ ਨੂੰ, ਪੈਰਾਂ ਨੂੰ ਸੁੰਘਿਆ, ਚੱਕ ਨਹੀਂ ਮਾਰਿਆ। ਮੁਰਦਾ ਜੋ ਕਿ ਉਹਦਾ ਖਾਜਾ ਸੀ, ਉਹਨੂੰ ਨੇ ਨਹੀਂ ਖਾਧਾ ਬਿਨਾਂ ਖਾਣ ਤੋਂ। ਮਹਾਰਾਜ ਦੇ ਕੋਲ ਆ ਕੇ ਬੈਠ ਗਿਆ। ਮਰਦਾਨਾ ਸਾਹਿਬ ਜੀ ਉਹਨੇ ਬੇਨਤੀ ਕੀਤੀ, ਕਹਿਣ ਲੱਗੇ, ਹੇ ਗੁਰੂ ਸਾਹਿਬ, ਇਹ ਜੋ ਬਘਿਆੜ ਮੁਰਦਾ ਜਿਸ ਦਾ ਖਾਜਾ ਹੈ ਉਹਨੂੰ ਖਾਣ ਲਈ ਆਇਆ, ਪਰ ਸੁੰਘ ਕੇ ਇਹ ਵਾਪਸ ਕਿਉਂ ਫਿਰ ਆ ਗਿਆ? ਇਹਨੇ ਖਾਧਾ ਕਿਉਂ ਨਹੀਂ?
महाराज कहने लगे, हे मर्दाना जी, धुर की बाणी का कीर्तन सरवण करके इनू पिछले जन्म का ज्ञान हो गया है कि मैं किस पाप करके बघियाड़ की जून पाई है, तो हुण इनू सारी सोझी है। ਜਿਹੜੇ ਪਸ਼ੂ ਪੰਛੀ ਹੁੰਦੇ ਨੇ ਬੰਦੇ ਨਾਲੋਂ ਸਿਆਣੇ ਹੁੰਦੇ ਨੇ। ਤੁਸੀਂ ਵੇਖਿਆ ਹੋਊਗਾ ਏਅਰਪੋਰਟਾਂ ਦੇ ਜਿਸ ਤਰ੍ਹਾਂ ਕੋਈ ਥਾਣੇਦਾਰ ਹੁੰਦਾ, ਕੋਈ DSP ਹੁੰਦਾ, ਕੋਈ SSP ਹੁੰਦਾ, ਇਸ ਤਰ੍ਹਾਂ ਕੁੱਤਿਆਂ ਦੇ ਵੀ ਰੈਂਕ ਨੇ। ਕੁੱਤਿਆਂ 'ਚ ਵੀ ਕੁੱਤਾ ਕੋਈ ਸਿਪਾਹੀ ਹੈ, ਕੁੱਤਾ ਕੋਈ DSP ਹੈ। ਉਹ ਕੁੱਤਿਆਂ ਨੂੰ ਪਟੇ ਪਾ ਕੇ ਪੁਲਿਸ ਵਾਲੇ ਉੱਥੇ ਲਈ ਫਿਰਦੇ ਨੇ। ਜਿਹੜਾ ਬੰਦੇ ਨੂੰ ਨਹੀਂ ਪਤਾ ਲੱਗਦਾ, ਕੁੱਤਾ ਸੁੰਘ ਕੇ ਦੱਸ ਦਿੰਦਾ ਵੀ ਇਹਦੇ 'ਚ ਸੋਨਾ ਹੈ, ਇਹਦੇ 'ਚ ਫੀਮ ਹੈ, ਇਹਦੇ ਵਿੱਚ ਨਸ਼ੇ ਦੀਆਂ ਗੋਲੀਆਂ ਨੇ, ਇਸ ਬੈਗ ਨੂੰ ਖੋਲ੍ਹੋ। ਕਿਸੇ ਜ਼ਮੀਨ ਦੇ ਵਿੱਚ ਕੋਈ ਚੀਜ਼ ਦੱਬੀ ਹੋਵੇ, ਕੁੱਤਾ ਪੁੱਟ ਕੇ ਦੱਸਦਾ ਵੀ ਇਹਦੇ 'ਚੋਂ ਇਹ ਚੀਜ਼ ਕੱਢੋ। ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ। ਸਾਡੇ ਨੂੰ ਸਿਆਣੇ ਹਨ। ਰਾਤ ਨੂੰ ਕੁੱਤਾ ਰੋਂਦਾ ਹੋਵੇ, ਉਹ ਮਾਈਆਂ ਬੀਬੀਆਂ ਕਹਿੰਦੀਆਂ ਵੀ ਇਹਨੂੰ ਦੂਰ ਕਰੋ, ਕੁੱਤੇ ਬਿੱਲੇ। ਪਤਾ ਨਹੀਂ ਇਹਨਾਂ ਨੂੰ ਕੀ ਦਿਖਦਾ ਹੈ। ਜਿਨ੍ਹਾਂ ਰੂਹਾਂ ਨੂੰ ਸਰੀਰ ਨਹੀਂ ਮਿਲਦੇ, ਉਹ ਰੂਹਾਂ ਕਹਿੰਦੇ ਉਹਨਾਂ ਨੂੰ ਦਿਖਦੀਆਂ ਨੇ। ਬਦਸ਼ਗਨ ਹੈ। ਮਤਲਬ ਇਨਸਾਨ ਨੂੰ ਸਿਆਣੇ ਹਨ। ਜੇ ਕੋਈ ਕਹੇ ਵੀ ਇਹ ਸਾਖੀ ਝੂਠ ਹੈ, ਝੂਠ ਨਹੀਂ ਹੈ। ਜਿਹੜੀ ਗੁਰਬਾਣੀ ਹੈ ਇਹਦਾ ਅਸਰ ਧਰਤੀ ਵੀ ਕਬੂਲਦੀ ਹੈ, ਦਰਖਤ ਵੀ ਕਬੂਲਦੇ ਨੇ, ਪਸ਼ੂ ਪੰਛੀ ਵੀ ਕਬੂਲਦੇ ਨੇ। ਉਹ ਤੰਦਰੁਸਤ ਰਹਿਣਗੇ, ਕੀਰਤਨ ਸੁਣਨਗੇ, ਵੱਧ ਦੁੱਧ ਦੇਣਗੇ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਕਿ ਇਹਨੂੰ ਸੋਝੀ ਹੈ। ਇਹਨੇ ਜਦ ਸੁੰਘਿਆ ਮੁਰਦਾ ਸਰੀਰ ਨੂੰ, ਤੇ ਇਹਨੂੰ ਪਤਾ ਚੱਲਿਆ ਕਿ ਇਨਸਾਨ ਕਦੀ ਵੀ ਗੁਰੂ ਘਰ ਜਾਂ ਸਾਧੂ ਸੰਤਾਂ ਕੋਲ ਚੱਲ ਕੇ ਕਦਮਾਂ ਨਾਲ ਗਿਆ ਨਹੀਂ। ਇਸ ਲਈ ਪੈਰ ਪਵਿੱਤਰ ਨੇ। ਜੇ ਮੈਂ ਇਹਨਾਂ ਨੂੰ ਖਾਧਾ ਅਤੇ ਮੈਂ ਕਦੇ ਹੋਰ ਅਵਗਤ ਜੂਨ ਨਾ ਜਾਵਾਂ। ਇਹਦਾ ਮੱਥਾ ਪਵਿੱਤਰ ਹੈ, ਕਦੀ ਇਹਨੇ ਮੱਥਾ ਨਹੀਂ ਟੇਕਿਆ। ਇਹਦੇ ਹੱਥ ਅਪਵਿੱਤਰ ਨੇ, ਕਦੀ ਇਹਨੇ ਹੱਥੀਂ ਸੇਵਾ ਨਹੀਂ ਕੀਤੀ। ਸੋ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਇਹ ਸ਼ਬਦ ਮੈਂ ਆਪ ਨੂੰ ਬਾਅਦ ਵਿੱਚ ਪੜ੍ਹ ਕੇ ਸੁਣਾਊਂ। ਭਾਈ ਗੁਰਦਾਸ ਸਾਹਿਬ ਜੀ ਵਾਰ 'ਚ ਫਰਮਾਉਂਦੇ ਨੇ, ਕਹਿੰਦੇ ਹੱਥੀਂ ਕਾਰ ਕਮਾਵਣੀ, ਪੈਰੀ ਚੱਲ ਸਤਸੰਗ ਮਲੇਹੀ। ਹੱਥਾਂ ਨਾਲ ਕਾਰ ਸੇਵਾ ਕਰੀਏ, ਪੈਰਾਂ ਦੇ ਨਾਲ ਚੱਲ ਕੇ ਸੰਗਤ ਵਿੱਚ ਜਾਈਏ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ। ਧਰਮ ਦੀ ਕਿਰਤ ਵਿਰਤ ਕਰਕੇ ਦਸਵੰਧ ਦਸਵੰਧ, ਰੱਬ ਦੀ ਅਰਥ, ਗੁਰੂ ਦੀ ਅਰਥ, ਸਾਧ ਸੰਗਤ ਜੀ ਭੇਟਾ ਕਰੀਏ। ਗੁਰਮੁਖ ਜਨਮ ਸਕਾਰਤ, ਗੁਰਬਾਣੀ ਪੜ੍ਹ ਸਮਝ ਸੁਨੇਹੀ। ਸੋ ਗੁਰਮੁਖਾਂ ਦਾ ਜਨਮ ਇਸ ਤਰ੍ਹਾਂ ਸਫਲ ਹੁੰਦਾ ਹੈ, ਜੋ ਜ਼ਬਾਨ ਨਾਲ ਗੁਰਬਾਣੀ ਪੜ੍ਹਦੇ, ਕੰਨਾਂ ਨਾਲ ਸੁਣਦੇ, ਮਨ ਕਰਕੇ ਸਮਝਦੇ ਨੇ। ਗੁਰ ਪਾਈ ਸੰਤੁਸ਼ਟ ਕਰ, ਚਰਨਾ ਅੰਮ੍ਰਿਤ ਲੈ ਮੁਖ ਪਵੇਹੀ। ਗੁਰ ਭਾਈਆਂ ਨੂੰ ਸੰਤੁਸ਼ਟ ਕਰਕੇ ਉਹਨਾਂ ਦਾ ਚਰਨਾ ਅੰਮ੍ਰਿਤ ਲੈ ਕੇ ਮੁਖ ਦੇ ਵਿੱਚ ਪਾਉਂਦੇ। ਪੈਰੀ ਪਵਨ ਨਾ ਛੋਡੀਐ, ਕਲੀ ਕਾਲ ਰਹਿ ਰਾਸ ਕਰੇਹੀ। ਉਦੋਂ ਪੈਰੀ ਪਾਉਣ ਦੀ ਮਰਿਆਦਾ ਸੀਗੀ। ਇੱਕ ਦੂਜੇ ਦੇ ਪੈਰੀ ਪੈਂਦੇ, ਕਹਿੰਦੇ ਪੈਰੀ ਪੈਣਾ ਨਹੀਂ ਛੱਡਣਾ ਚਾਹੀਦਾ। ਕਲਯੁਗ ਦੇ ਵਿੱਚ ਇਹ ਮਰਿਆਦਾ ਹੈ। ਆਏ ਮਿਲ ਗੁਰ ਸਿਖਾਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਇੱਕ ਦੂਜੇ ਨੂੰ ਗੁਰੂ ਦਾ ਸਿੱਖ ਮਿਲੇ ਤਾਂ ਪੈਰੀ ਪਏ, ਗੋਡੀ ਹੱਥ ਲਾਏ। ਪਰ ਕਲਗੀਧਰ ਮਾਨ ਨੇ ਆਖਿਆ ਹੈ, ਮਹਾਰਾਜ ਨੇ ਮਰਿਆਦਾ ਨੂੰ ਚੇਂਜ ਕਰ ਦਿੱਤਾ ਅੰਮ੍ਰਿਤ ਛਕਾ ਕੇ। ਹੁਣ ਮਹਾਰਾਜ ਨੇ ਆਖਿਆ, ਆਗੇ ਆਵਦ ਸਿੰਘ ਜੋ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਗੁਰੂ ਦਾ ਸਰੂਪ ਸਮਝਦਿਆਂ ਸਿਰ ਝੁਕਾ ਕੇ ਫਤਿਹ ਬੁਲਾਉਣੀ ਬਹੁਤ ਵੱਡਾ ਪੁੰਨ, ਕਲਗੀਧਰ ਦੀ ਖੁਸ਼ੀ ਹੈ। ਆਪ ਤਰੈ ਗੁਰ ਸਿੱਖ ਤਰੇ ਹੀ। ਗੁਰੂ ਦੇ ਸਿੱਖ ਇੰਜ ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂਗੇ। ਜਿਨੀ ਅਣਦਿਨ ਹਰ ਹਰ ਪੁਰਖ ਤੇ ਆਇਆ। ਸਾਥੋਂ ਤਾਂ ਬਾਣੀ ਪੜ੍ਹੀ ਨਹੀਂ ਜਾਂਦੀ,
ਰੱਬ ਦਾ ਨਾਮ ਜਪਿਆ ਨਹੀਂ ਜਾਂਦਾ। ਇਹ ਉਹ ਮਹਾਰਾਜ ਕਹਿੰਦੇ ਵੀ ਉਹਨਾਂ ਗੁਰਸਿੱਖਾਂ ਦੇ ਲਾਲੇ ਗੋਲੇ ਹੀ ਆਪਾਂ ਹੁੰਦੇ ਹਾਂ, ਉਹਨਾਂ ਦੀ ਸੇਵਾ ਹੀ ਕਰਦੇ ਹਾਂ ਜਿਨ੍ਹਾਂ ਨੇ ਮਹਾਰਾਜ ਦੇ ਨਾਮ ਨੂੰ ਧਿਆਇਆ। ਸੋ ਗੁਰਬਾਣੀ ਨੂੰ ਪੜ੍ਹਿਆ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਮਾਹੇ। ਗੁਰੂ ਦੇ ਸਿੱਖਾਂ ਦੀ ਚਰਨ ਧੂੜੀ ਮਹਾਰਾਜ ਸਾਨੂੰ ਦੇ, ਜਿਸ ਕਰਕੇ ਅਸੀਂ ਪਾਪੀ ਵੀ ਮੁਕਤੀ ਪਾ ਲਈਏ। ਤੂੜੀ ਮੱਜਨ ਸਾਧ ਕੇ ਸਾਈਂ ਥੀਏ ਕਿਰਪਾ, ਲੱਦੇ ਹਬੇ ਥੋਕੜੇ ਨਾਨਕ ਹਰ ਧਨ ਮਾਲ। ਸੰਗਤ ਦੇ ਚਰਨਾਂ ਦੀ ਧੂੜੀ ਸਰੀਰ 'ਤੇ ਪੈਣ ਤੋਂ ਸਮੁੱਚਾ ਸਰੀਰ ਪਵਿੱਤਰ ਹੁੰਦਾ ਹੈ, ਸਫਲ ਹੁੰਦਾ ਹੈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਯਾਚਨਾ ਕੀਤੀ ਹੈ ਕਿ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ। ਮੇਰੀ ਖੱਲ ਦੇ ਮੌਜੇ ਬਣ, ਜੁੱਤੀ ਬਣੇ ਅਤੇ ਗੁਰੂ ਦੇ ਸਿੱਖ ਨੂੰ ਹੰਡਾਉਣ, ਇੰਨੀ ਨਿਮਰਤਾ ਜਨਾਈ ਹੈ। ਸੋ ਪਾਤਸ਼ਾਹ ਜੀ ਦਾ ਬਚਨ ਹੈ, ਇਹ ਜਿਹੜਾ ਮਨੁੱਖਾ ਜਨਮ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨੁੱਖਾ ਜਨਮ ਮਿਲਣਾ ਬੜਾ ਦੁਰਲੱਭ ਹੈ। ਇਹ ਜੋ ਮਹਾਰਾਜ ਨੇ ਸਾਨੂੰ ਰਸਨਾ ਦਿੱਤੀ ਹੈ, ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਹੱਥ ਪੈਰ ਦਿੱਤੇ ਨੇ, ਇਹਨਾਂ ਤੋਂ ਚੰਗਾ ਸੋਚਣ ਦਾ, ਵੇਖਣ ਦਾ, ਕਰਨ ਦਾ, ਚੰਗੇ ਦਾ ਲਾਭ ਲੈਣਾ ਚਾਹੀਦਾ ਹੈ। ਜੋ ਸਰੀਰ ਕਰਕੇ ਚੰਗਾ ਕਰਦੇ ਨੇ, ਚੰਗਾ ਸੋਚਦੇ ਨੇ, ਉਹਨਾਂ ਦਾ ਇਹ ਮਨੁੱਖਾ ਜਨਮ ਗੁਰਮੁਖਾਂ ਦਾ ਪਾਇਆ ਸਫਲ ਹੈ। ਪਾਤਸ਼ਾਹ ਦਾ ਬਚਨ ਹੈ, ਬਿਹਾਗੜਾ ਰੱਖਦੇ ਸੰਤਾਂ ਦੇ ਵਿੱਚ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਮੁਬਾਰਕ ਮੁਬਾਰਕ ਹੈ ਉਹ ਜ਼ਬਾਨ, ਹੈ ਮੇਰੀ ਜਿੰਦੜੀਏ, ਜੋ ਪ੍ਰਭੂ ਪਰਮੇਸ਼ਰ ਦੀ ਗੁਣ ਗਾਇਨ ਕਰਦੀ ਹੈ। ਤੇ ਸ਼ਰਮਣ ਭਲੇ ਸੋਭਨੀ ਕਹੈ ਮੇਰੀ ਜਿੰਦੜੀਏ। ਉਹ ਜਿਹੜੇ ਕੰਨ ਸ੍ਰੇਸ਼ਟ ਅਰ ਸੁਭਾਏ ਮਾਨੇ, ਹੈ ਮੇਰੀ ਜਿੰਦੇ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਜੋ ਸੁਆਮੀ ਵਾਹਿਗੁਰੂ ਦੀ ਕੀਰਤੀ ਗਾਇਨ ਹੁੰਦੀ, ਕੀਰਤਨ ਸਰਵਣ ਕਰਦੇ ਰਹਿੰਦੇ ਨੇ, ਕੰਨਾਂ ਦੀ ਸਫਲਤਾ ਤਾਂ ਹੈ। ਸੋ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ ਕਿ ਮੇਰੇ ਮੋਹਨ ਸ਼ਰਮਣੀ ਇਹ ਨਾ ਸੁਣਾਏ। ਇਹ ਮੇਰੇ ਪਿਆਰੇ ਗੁਰਸਿੱਖਾ, ਤੂੰ ਆਪਦੇ ਕੰਨਾਂ ਨੂੰ ਗੰਦੇ ਮੰਦੇ ਗਾਣੇ ਨਾ ਕਦੀ ਸੁਣਾਈ। ਸਾਕਤ ਗੀਤ, ਜਿਹੜੇ ਸਾਕਤਾਂ ਦੇ ਗਾਏ ਗੀਤ ਨੇ, ਟੁੱਟੇ ਹੋਏ ਬੰਦਿਆਂ ਦੇ, ਸਾਕਤ ਗੀਤ ਨਾਦ ਧੁਨ ਗਾਵਤ ਤੇ ਬੋਲਤ ਬੋਲ ਅਜਾਏ। ਉਹ ਫਜ਼ੂਲ ਬੋਲਦੇ ਨੇ ਜਿਹੜੇ ਨਾਦ ਧੁਨੀ ਸੰਗੀਤਕਾਰੀ ਦੇ ਵਿੱਚ ਸਾਕਤਾਂ ਦੇ ਗੀਤ ਨੇ, ਉਹ ਊਲ ਜਲੋਲ। ਅੱਜ ਕੱਲ੍ਹ ਦੀ ਸੰਗੀਤਕਾਰੀ ਤਾਂ ਬਿਲਕੁਲ ਫਜ਼ੂਲ ਦੀ ਹੈ, ਕੋਈ ਉਹਦਾ ਮਤਲਬ ਨਹੀਂ, ਕੋਈ ਜੀਵਨ ਜਾਚ ਨਹੀਂ ਹੈ, ਕੋਈ ਉਹਦੇ 'ਚ ਸਮਾਜ ਦਾ ਸੁਧਾਰ ਦੀ ਗੱਲ ਨਹੀਂ ਹੈ। ਪੁਰਾਣੇ ਗੀਤਕਾਰ ਸਮਾਜ ਸੁਧਾਰਕ ਹੋਇਆ ਕਰਦੇ ਸਨ। ਉਹ ਆਪਣੇ ਗੀਤਾਂ ਦੇ ਵਿੱਚ, ਆਪਣੀਆਂ ਸਟੋਰੀਆਂ ਦੇ ਵਿੱਚ ਸਮਾਜ ਦੀਆਂ ਕਮੀਆਂ ਪੇਸ਼ੀਆਂ ਉਹ ਗਾਇਨ ਕਰਕੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਪਰ ਅੱਜ ਕੱਲ੍ਹ ਤਾਂ ਬਿਲਕੁਲ ਫਜ਼ੂਲ ਦੀ ਗਾਇਕੀ ਹੈ। ਇਸ ਲਈ ਮੇਰੇ ਮੋਹਨ, ਇਹ ਮੇਰੇ ਪ੍ਰਮਾਤਮਾ, ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿ ਸ਼ਰਮਣੀ ਇਹ ਨਾ ਸੁਣਾਏ, ਸਾਡੇ ਕੰਨਾਂ 'ਚ ਇਹ ਚੀਜ਼ਾਂ ਨਾ ਸੁਣਾਈ। ਅਸੀਂ ਹਮੇਸ਼ਾ ਕੀਰਤਨ ਸੁਣਦੇ ਰਹੀਏ। ਸਾਗਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਹੋ ਜਾਏ। ਸਾਗਤਾਂ ਦੇ ਗਾਏ ਗੀਤ ਨਾਦ ਧੁਨੀ ਜੋ ਊਲ ਜਲੂਲ ਫਜ਼ੂਲ ਬੋਲਦੇ ਨੇ, ਅਸੀਂ ਕਦੀ ਵੀ ਰੁਚੀ ਨਾਲ ਨਾ ਸੁਣੀਏ। ਜੇ ਕੰਨਾਂ 'ਚ ਪੈ ਜਾਏ ਤਾਂ ਗਲਾਨੀ ਮੰਨੀਏ। ਤੋ ਤੇ ਸ਼ਰਵਣ ਭਲੇ ਸੋਭਨੀ ਕਹਿ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਈ ਲੱਗੇ ਗੁਰ ਪੈਰੇ ਰਾਮ। ਸ੍ਰੇਸ਼ਟ ਪੁਨੀਤ ਤੇ ਪੁੰਨ ਆਤਮਾ ਹੈ ਉਹ ਸਿਰ,
हे मेरी जिंदे जो जाके गुरां दे पैरां दे ढह पैंदा है। गुर बिटो नानक वारिया मेरी जिंदड़ी है, जिन हर हर नाम च तेरे राम। हे मेरी जिंदे मैं गुरु नानक साहब तो कुरबान बलिहार जांदा, जिन्हां ने स्वामी वाहिगुरु का नाम साढ़े चित में चेते कराया है। ते नेत्र भले प्रवान है मेरी जिंदड़ी है, जो साधु सतगुर देखै राम। राम हे भाई वो जिहड़े नेत्र ने वो मुबारक ते मकबूल ने। हे मेरी जिंदे जिहड़ियां संत स्वरूप सच्चे गुरां नूं अखां वेखदियां ने सो वो सफल हैं। पाइयां हुईयां उन्हां दी निगाह जिहड़ी है वो समझ लो सफल है। जो संतां साधुआं गुरु महाराज की संगत के दर्शन करदियां ने ते हस्त पुनीत पवित्र है मेरी जिंदड़ी है। हे मेरी जिंदे सो पारसां ते पावन ने वो हथ जिहड़े प्रभु की सिफत ते प्रभु का नाम लिखते हैं। क्योंकि पुरातन समा सीगा, उदों छापाखाना नहीं सी हुंदा ते हत्थां दे नाल ही लिखाई करके गुरसिख पोथियां गुटकियां साहिबां की सेवा करिया करदे। धन श्री गुरु अर्जन देव साहब जी महाराज ने भाई गुरदास साहब जी के पासों हथीं गुरबाणी लिखाई, खुद आप हजूरी बैठ करके पूरी पूरी सही लग मत लिखवाई। वो हथ लिखत पावन सरूप करतारपुर की भीड़ के नाम नाल प्रसिद्ध करतारपुर साहिब सुशोभित है। जद भाई बन्नों नूं जिल्द बनाउण की सेवा दी तो उन्हें 6 महीने लाते मस्ताने ने आउंदियां जांदियां, पता नहीं जान के भी महाराज ने फिर तो रख लेना है। तो उन्हें 6 महीनों च महाराज का स्वरूप आउंदियां जांदियां एक होर लिख लिया। वो भाई बन्नों की भीड़ नाम नाल प्रसिद्ध है। उन्हें आपकी मर्जी नाल कुछ शब्द होर भी विच लिख लए, जिवें कि भगत सूरदास जी जद बाणी लिखवा रहे सन, सतगुरु अर्जन देव जी के कोल आके चौंकड़ा मार के बैठे। मारे कहते हाँ जी संतो भगतो उचरो लिखाओ बाणी। तो भगत सूरदास जी ने लिखवाया, छोड़ मन हर विमुखन को संग। बस अजे इन्ना ही पंक्ति उचारी कि उन्होंने समाधि लग गई। ज्यों लगी समाधि, ज्यों लगी महाराज मूँह वाल वेखी जान, समाधि तोड़ी नहीं, उन्होंने हिलाया नहीं, आख्या भी जपन दो रब का नाम। प्रभु दे विच ब्रह्म दे विच भेद हो गए। इहो जिहे महापुरखों की बाणी गुरु साहब ने लिखी है। वेखो एको ही पंक्ति कल्याणकारी है, छोड़ मन हर विमुखन को संग। बस तो फिर महाराज ने सोचा भी हुण समाधि स्थित ने तो इन्हों की जगाउणा है। महाराज ने आप दा ही शब्द उचारता, महला पंजवां सूरदास। ये सरलेख हेठ भगत सूरदास उन्होंने सरोपा पाता, शब्द आप उचारता, नाम उन्होंने लिखता पूरा शब्द। सो वो गुरु ग्रंथ साहिब च मौजूद है सारंग राग दे विच। ते जदों उन्हां दी समाधि खुली उदों महाराज ने मलार राग भी आरंभ कर दिता सीगा। काफ़ी मलार राग च भी बाणी लिखी गई। फिर उन्हें शब्द उचार के पूरा तो करता ते पर हुण महाराज की लिखाई अगे चली गई, वो शब्द रह गया। वो जिहड़ा रहिंदा शब्द है वो भाई बन्नों ने आप दी भीड़ दे विच दर्ज कर दिता आपकी मर्जी नाल। तो जिन्ना गुरु ग्रंथ साहिब च लिखिया साडी लई उही तुर की बाणी है। बाकी आपां पढ़ तां सकदे, कोई हर्ज तां नहीं गा, क्योंकि इतिहास भी तां पढ़ी दा ही है। ते पर जिहड़ा निजम है वो जिस स्वरूप नूं गुरता कदी मिली, जिन्नी बाणी उन्नी तुर की है। रहो विचार। बाबा दीप सिंह साहब जी ने 4 स्वरूप अपने हथीं लिखे, जो तौं तख्तां दे विराजमान
एक अरबी ਦੇ ਵਿੱਚ ਲਿਖਿਆ ਜੋ ਅਰਬ ਕੰਟਰੀ ਵਿੱਚ ਹੈ। ਭਾਈ ਮਣੀ ਸਿੰਘ ਸਾਹਿਬ ਜੀ ਨੇ 5 ਗ੍ਰੰਥੀ ਸਾਹਿਬ ਬਣਾਈ, ਗੁਟਕੇ ਸਾਹਿਬ ਬਣਾਏ। ਹੌਲੀ ਹੌਲੀ ਗੁਰਸਿੱਖ ਆਪ ਦੇ ਹੱਥੀਂ ਲਿਖ ਕੇ ਅਤੇ ਭੇਟਾ ਕਰਿਆ ਕਰਦੇ। ਇੱਕ ਉਦਾਸੀ ਸੰਪਰਦਾ ਵਾਲੇ ਸਾਧੂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਅਤੇ ਗੁਰੂ ਗ੍ਰੰਥ ਸਾਹਿਬ ਲਿਖ ਕੇ ਅਨੰਦਪੁਰ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਿਗਨੇਚਰ ਕਰਾਉਣ ਲਈ ਕਿ ਮਹਾਰਾਜ ਆਪ ਜੀ ਕਿਰਪਾ ਕਰਕੇ ਆਪ ਦੀ ਨਿਗਾਹ ਦਰਸ਼ਨ ਪਾਓ ਅਤੇ ਸੈਨ ਕਰੋ ਵੀ ਇਹ ਮੈਂ ਸਹੀ ਲਿਖਿਆ ਹੈ। ਇਨ ਬਿਨ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪ ਦੀ ਬਾਣੀ ਹੈ। ਉਹ ਭਾਈ ਦੀਵਾਨ ਆਨੰਦ ਚੰਦ ਨੂੰ ਦਿੱਤਾ ਜੋ ਭਾਈ ਕੀ ਡੋਲੀ ਦਾ ਰਹਿਣ ਵਾਲਾ ਸੀ। ਉਹ ਚੋਰੀ ਕਰਕੇ ਭੱਜ ਗਿਆ। ਮੇਰਾ ਇੰਨਾ ਹੀ ਮਤਲਬ ਹੈ ਵੀ ਗੁਰਸਿੱਖਾਂ ਦੇ ਮਨ ਵਿੱਚ ਪਿਆਰ ਸੀਗਾ। ਉਹ ਸਰੂਪ ਲਿਖਿਆ ਕਰਦੇ, ਕੁੜਕੇ ਪੋਥੀਆਂ ਲਿਖਦੇ ਅਤੇ ਬਾਅਦ ਵਿੱਚ ਲਾਹੌਰ ਦੇ ਵਿੱਚ ਪੱਥਰ ਦਾ ਛਾਪਾਖਾਨਾ ਲੱਗਾ। ਪੱਥਰ ਦੇ ਵਿੱਚ ਸਾਧ ਸੰਗਤ ਜੀ ਉਹ ਛੈਣੇ ਅਤੇ ਥੌੜੀ ਦੇ ਨਾਲ ਅੱਖਰ ਉੱਕਰ ਕੇ ਉਹਨੂੰ ਤੋੜ ਕੇ ਬਣਾ ਕੇ ਵਿੱਚ ਸ਼ਾਹੀ ਪਾ ਕੇ ਉੱਤੇ ਕਾਗਜ਼ ਠੱਪ ਦਿੰਦੇ। ਉਹ ਸਾਰੇ ਅੱਖਰ ਉਹਦੇ 'ਤੇ ਛਪ ਜਾਂਦੇ। ਪੱਥਰ ਦਾ ਛਾਪ ਹੈ ਅਤੇ ਉਹ ਤਾਂ ਨਹੀਂ ਮੈਂ ਵੇਖਿਆ, ਪਰ ਮੇਰੇ ਹੁੰਦਿਆਂ ਸਿੱਕਿਆਂ ਦਾ ਛਾਪਾ ਮੈਂ ਵੇਖਿਆ। ਪ੍ਰੈਸ ਦੇ ਵਿੱਚ ਬਲਾਕ ਹੁੰਦੇ, ਬਲਾਕਾਂ ਦੇ ਵਿੱਚ ਸਿੱਕਿਆਂ ਦੇ ਅੱਖਰ ਪਾਏ ਜਾਂਦੇ ਅਤੇ ਉਹਨਾਂ ਸਿੱਕਿਆਂ ਤੋਂ ਜਿਹੜੀਆਂ ਪ੍ਰੈਸਾਂ ਸੀਗੀਆਂ ਆਮ ਸੋ ਕਈ ਹੱਥਾਂ ਵਾਲੀਆਂ ਹੁੰਦੀਆਂ, ਕਈ ਮਸ਼ੀਨੀ ਹੁੰਦੀਆਂ, ਉਹ ਠੱਪਾ ਲਾਈ ਜਾਂਦੀਆਂ ਅਤੇ ਉਹਨਾਂ ਤੋਂ ਬਾਅਦ ਫਿਰ ਕੰਪਿਊਟਰ ਆਏ। ਉਹ ਤਾਂ ਸਾਡੇ ਹੁੰਦਿਆਂ ਹੀ ਆਏ ਨੇ। ਅਤੇ ਅੱਜ ਕੱਲ੍ਹ ਸੋ ਜਦੋਂ ਪਹਿਲੀਆਂ ਪੋਥੀਆਂ ਛਾਪੀਆਂ ਉਦੋਂ ਕੰਪਿਊਟਰ 'ਚੋਂ ਸੀੜੀਆਂ ਕੱਢ ਕੇ, ਫਲੋਪੀਆਂ ਕੱਢ ਕੇ ਅਤੇ ਉਹਦੇ ਨੈਗੇਟਿਵ ਪੋਜ਼ੀਟਿਵ ਬਣਾਏ ਜਾਂਦੇ। ਅਤੇ ਅੱਜ ਕੱਲ੍ਹ ਲੇਟੈਸਟ ਥਿਊਰੀ ਹੈ ਕਿ ਨੈਗੇਟਿਵ ਪੋਜ਼ੀਟਿਵ ਵੀ ਬਣਾਉਣ ਦੀ ਲੋੜ ਨਹੀਂ, ਸਿੱਧਾ ਹੀ ਕੰਪਿਊਟਰ ਤੋਂ ਕਮਾਂਡ ਦੇਈ ਦੀ ਅਤੇ ਉਹ ਸਿੱਧਾ ਹੀ ਜਿਹੜੀ ਆਫਸੈਟ ਮਸ਼ੀਨ ਹੈ ਉਹਦੇ 'ਤੇ ਪਹੁੰਚ ਜਾਂਦਾ ਪ੍ਰਿੰਟ। ਅਤੇ ਅੱਗੇ ਪਲੇਟਾਂ ਲਾ ਕੇ ਪਲੇਟਾਂ ਛਪ ਜਾਂਦੀਆਂ, ਐਲੂਮੀਨੀਅਮ ਦੀਆਂ ਪਲੇਟਾਂ, ਉਹਨਾਂ ਦੇ ਅੱਖਰ ਉਕਰੇ ਜਾਂਦੇ ਅਤੇ ਸ਼ੀਟਾਂ ਪਾ ਕੇ ਕਾਗਜ਼ ਦੀਆਂ ਅਤੇ ਉਹਨਾਂ ਦੇ ਛਪਾਈ ਹੁੰਦੀ ਹੈ। ਤੋ ਇਸ ਲਈ ਕਰਨਾ ਤਾਂ ਕੰਮ ਹੱਥਾਂ ਨਹੀਂ ਹੈ, ਭਾਵੇਂ ਪੁਰਾਣਾ ਟਾਈਮ ਸੀ ਭਾਵੇਂ ਅੱਜ ਕੱਲ੍ਹ ਦਾ ਹੈ। ਸੇਵਾ ਤਾਂ ਹੱਥਾਂ ਨਾਲ ਕਰਨੀ ਪਊਗੀ। ਇੱਕ ਇੱਕ ਪ੍ਰੂਫ ਨੂੰ 6-6 ਵਾਰ ਪੜ੍ਹਨਾ ਪੈਂਦਾ, ਉਹ ਵੀ ਸਾਰਾ ਅੱਖਾਂ ਦਾ ਅਤੇ ਹੱਥਾਂ ਦਾ ਕੰਮ ਹੈ। ਅਤੇ ਇਸ ਲਈ ਜੇ ਮਹਾਰਾਜ ਨੇ ਸੋਝੀ ਦਿੱਤੀ ਹੈ, ਪੈਸਾ ਦਿੱਤਾ ਹੈ ਅਤੇ ਗੁਰਬਾਣੀ ਦੇ ਗੁਟਕੇ ਸਾਹਿਬ, ਪੋਥੀਆਂ ਸਾਹਿਬ, ਗੁਰਬਾਣੀ ਦਾ ਲਿਟਰੇਚਰ ਛਾਪ ਕੇ ਉਹਨਾਂ ਨੂੰ ਵੰਡਿਆ ਜਾਵੇ, ਸੇਵਾ ਕੀਤੀ ਜਾਵੇ। ਹੱਥੀਂ ਪਹਿਲਾਂ ਲਿਖ ਕੇ ਅਤੇ ਫਿਰ ਛਪਾਈ ਕਰਾ ਕੇ, ਤਾਂ ਹੱਥਾਂ ਦੀ ਪਵਿੱਤਰਤਾ ਹੈ। ਇਹ ਮੇਰੀ ਜਿੰਦੇ ਜਿਹੜੇ ਹਰ ਜਸ ਹਰ ਹਰ ਲਿਖੈ ਰਾਮ, ਜੋ ਹਰੀ ਦਾ ਜਸ ਹਰੀ ਦੀ ਉਸਤਤੀ ਲਿਖਦੇ ਨੇ ਉਹ ਹੱਥ ਪਵਿੱਤਰ ਨੇ। ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ। ਹੇ ਮੇਰੀ ਜਿੰਦੇ ਸਦਾ ਹੀ ਉਸ ਪੁਰਸ਼ ਦੇ ਪੈਰਾਂ ਦੀ ਪੂਜਾ ਮੈਂ ਕਰਦਾ ਹਾਂ ਜੋ ਮਾਰਗ ਧਰਮ ਚਲੇ ਸੈ ਰਾਮ, ਜਿਹੜੇ ਧਰਮ ਦੇ ਰਸਤੇ 'ਤੇ ਚੱਲਦੇ ਨੇ। ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਦੇ ਪੈਰਾਂ ਨੂੰ ਸ਼ਿਵ ਜੀ ਬ੍ਰਹਮਾ ਅਤੇ ਵਿਸ਼ਨੂੰ ਵੀ ਕੁੱਟਣ ਆਉਂਦੇ ਨੇ। ਮਾਫ਼ ਕਰਨਾ ਜੇ ਮੈਂ ਗਲਤ ਨਾ ਬੋਲਦਾ ਹੋਵਾਂ, ਬਾਣੀ ਦੇ ਅਰਥ ਨੇ ਕਿ ਮਹੇਸ਼ ਵੀ ਪੂਜਾ ਕਰਦਾ ਹੈ ਬ੍ਰਹਮ ਗਿਆਨੀ ਦੇ ਚਰਨਾਂ ਦੀ। ਕਿਉਂ? ਕਿਉਂਕਿ ਉਹ ਦੇਵਤੇ ਨੇ, ਦੇਵਤਿਆਂ ਦੀ ਵੀ ਜੂਨ ਹੈ, ਮਨੁੱਖਾ ਜੂਨ ਹੈ। ਜਿਹੜਾ ਬ੍ਰਹਮ ਗਿਆਨੀ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਅਤੇ ਇਸ ਲਈ ਉਹਨਾਂ ਪੁਰਸ਼ਾਂ ਦੇ ਚਰਨਾਂ ਦੀ ਪੂਜਾ ਕਰੀਏ ਜੋ ਧਰਮ ਦੇ ਰਸਤੇ 'ਤੇ ਚੱਲ ਕੇ ਅਤੇ ਰੱਬ ਦਾ ਹੀ ਰੂਪ ਬਣ ਗਏ ਨੇ। ਨਾਨਕ ਤਿਨ ਮਿਟੋ ਮਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੈ ਰਾਮ। ਪਾਤਸ਼ਾਹ ਜੀ ਕਥਨ ਕਰਦੇ ਨੇ, ਇਹ ਮੇਰੀ ਜਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਅਤੇ ਕੁਰਬਾਨ ਪਏ ਜਾਂਦੇ ਆ ਜਿਹੜੇ ਹਰੀ ਦਾ ਨਾਮ ਸੁਣ ਕੇ ਅਤੇ ਉਹਨੂੰ ਮੰਨਦੇ ਨੇ ਅਤੇ ਆਪ ਦੀ ਕਲਿਆਣ ਕਰਦੇ ਹਨ। ਇਸ ਵਾਸਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ,
ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਐਵੇਂ ਨਾ ਸਮਝਿਓ ਵੀ ਆਪਾਂ ਬੰਦੇ ਬਣ ਗਏ ਆਪ ਦੀ ਮਰਜ਼ੀ ਨਾਲ। ਇਹ ਪਰਮਾਤਮਾ ਵੱਲੋਂ ਗੋਡ ਗਿਫਟ ਹੈ। ਨਰ ਨਰਾਇਣੀ ਕੰਚਨ ਵਰਗੀ ਸਾਨੂੰ ਜਿਹੜੀ ਦੇਹ ਦਿੱਤੀ ਹੈ, ਇਹ ਸਰੀਰ ਦਿੱਤਾ ਹੈ, ਇਹ ਗੋਡ ਗਿਫਟ ਪਰਮਾਤਮਾ ਨੇ ਸਾਨੂੰ ਇੱਕ ਤੋਹਫਾ ਦਿੱਤਾ ਹੈ। ਇਹ ਮਹਾਰਾਜ ਦੀ ਖੁਸ਼ੀ ਦੇ ਵਿੱਚ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ। ਅਰਬਾਂ ਅਤੇ ਖਰਬਾਂ ਜਿਹੜੀਆਂ ਰੂਹਾਂ ਨੇ ਉਹ ਇਸ ਸਰੀਰ ਦੀ ਡਿਮਾਂਡ ਕਰਦੀਆਂ ਨੇ ਰੱਬ ਦੇ ਘਰ, ਪਰ ਪਰਮਾਤਮਾ ਉਹਨਾਂ ਦੀ ਸੁਣਦਾ ਨਹੀਂ ਹੈ। ਕੁਰਬਲ ਕੁਰਬਲ ਕਰ ਰਹੀਆਂ ਨੇ, ਨਰਕਾਂ ਵਿੱਚ ਪਈਆਂ ਦੁੱਖ ਭੋਗ ਰਹੀਆਂ ਨੇ, ਭੂਤਾਂ ਪ੍ਰੇਤਾਂ ਦੀਆਂ ਜੂਨਾਂ 'ਚ ਪੈ ਕੇ ਦੁੱਖ ਭੋਗ ਰਹੀਆਂ। ਉਹ ਬੇਨਤੀਆਂ ਕਰਦੀਆਂ ਵੀ ਰੱਬ ਸਾਨੂੰ ਬੰਦਾ ਬਣਾ ਦੇ, ਮਹਾਰਾਜ ਸਾਨੂੰ ਮਨੁੱਖਾ ਦੇ। ਲੋਕਾਂ ਦੇ ਸਰੀਰਾਂ ਦੇ ਵਿੱਚ ਪ੍ਰਵੇਸ਼ ਹੁੰਦੀਆਂ ਨੇ, ਪਰ ਉਹਨਾਂ ਨੂੰ ਆਪ ਦਾ ਸਰੀਰ ਨਹੀਂ ਮਿਲਦਾ, ਦੁਖੀ ਰਹਿੰਦੀਆਂ ਨੇ ਅਵਗਤ ਆਤਮਾਵਾਂ। ਇੱਕ ਸੁਲੇਮਾਨ ਕਾਜੀ ਦੀ ਮੇਰੇ ਕੋਲ ਕੈਸਟ ਸੀਗੀ। ਅੱਜ ਕੱਲ੍ਹ ਤਾਂ ਵਟਸਐਪ 'ਤੇ ਹੋਰ ਬੜਾ ਕੁਛ ਕੰਪਿਊਟਰ 'ਚ ਆ ਗਿਆ, ਮੋਬਾਇਲ 'ਤੇ ਵੀ ਉਹਦੀ ਆਵਾਜ਼ ਮੇਰੇ ਕੋਲ ਆਈ ਸੀਗੀ। ਕੈਸਟ ਦਾ ਬਕਾਇਦਾ ਰਿਕਾਰਡ। ਉਹ ਜੋ ਰਾੜਾ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਹੋਏ ਨੇ, ਅਤੇ ਉਹਨਾਂ ਦੇ ਕੋਲ ਆਇਆ ਸੀਗਾ ਉਹ ਸੁਲੇਮਾਨ ਕਾਜੀ। ਕਿਸੇ ਦੇ ਵਿੱਚ ਪ੍ਰਵੇਸ਼ ਸੀਗਾ, ਕਿੰਨੇ ਸਾਲ ਉਹਨੂੰ ਬੋਲਣ ਨਹੀਂ ਦਿੱਤਾ। ਫਿਰ ਮਹਾਂਪੁਰਖਾਂ ਦੇ ਕੋਲ ਆਇਆ ਅਤੇ ਤਾਂ ਬੋਲਿਆ। ਅਤੇ ਉਹਦੀ ਕਮਾਈ ਬੜੀ ਹੈ। ਕਹਿੰਦਾ ਮੇਰੀ ਪਾਕਿਸਤਾਨ 'ਚ ਕਬਰ ਵੀ ਹੈ, ਉੱਥੇ ਮੇਲਾ ਲੱਗਦਾ, ਲੰਗਰ ਲੱਗਦਾ ਹੈ। ਜਿਹੜੇ ਮੁੰਡੇ 'ਚੋਂ ਬੋਲੇ ਅਤੇ ਉਹ ਤਾਂ ਆਮ ਵਿਦਿਆ ਵੀ ਨਹੀਂ ਸੀ ਪੜ੍ਹਿਆ, ਪਰ ਉਹ ਫਾਰਸੀ ਦੀਆਂ ਆਇਤਾਂ ਬੋਲੇ ਜਿਸ ਤਰ੍ਹਾਂ ਉਹਦੇ 'ਚ ਕੁਰਾਨ 'ਚ ਲਿਖੀਆਂ ਹੁੰਦੀਆਂ। ਅਤੇ ਬੜਾ ਉਹ ਵਿਦਵਾਨ, ਬੜਾ ਪੜ੍ਹ ਸੁਣਾਏ। ਕਹਿੰਦਾ ਵੀ ਜਿਹਦੇ ਕੋਲ ਜਾਂਦੇ ਸੀ ਮੈਂ ਮੰਤਰ ਪੜ੍ਹ ਕੇ ਉਹਦਾ ਮੰਤਰ ਫੂਕ ਦਿੰਦਾ ਸੀ, ਉਲਟਾ ਉਹਦੀ ਧੌਣ ਦੇ ਗੋਡਾ ਰੱਖ ਦਿੰਦਾ, ਉਹ ਵਿਚਾਰਾ ਡਰਦਾ ਮਾਰਾ ਭੱਜ ਜਾਂਦਾ। ਬੜਿਆਂ ਕੋਲੇ ਗਏ, ਪਰ ਇਹ ਮੈਂ ਮੁੰਡੇ ਨੂੰ ਬੋਲਣ ਨਹੀਂ ਦਿੱਤਾ, ਇਹਦੇ 'ਚੋਂ ਮੈਂ ਨਿਕਲਿਆ ਨਹੀਂ। ਹੁਣ ਬਾਬਾ ਜੀ ਤੁਹਾਡੇ ਚਰਨਾਂ ਵਿੱਚ ਆਏ ਹਾਂ, ਕਿਰਪਾ ਕਰਕੇ ਮੇਰੀ ਮੁਕਤੀ ਕਰੋ। ਮਹਾਂਪੁਰਖ ਕਹਿੰਦੇ ਭਾਈ ਮੁਕਤੀ ਜੁਗਤੀ ਨਾਲ ਮਿਲਦੀ ਆ, ਧੱਕੇ ਨਾਲ ਨਹੀਂ। ਇੰਝ ਕਰਦੇ ਆ, ਤੈਨੂੰ ਮਨੁੱਖਾ ਜਨਮ ਦਿੰਦੇ ਆ, ਕਿਉਂਕਿ ਨਾ ਤਾਂ ਪਸ਼ੂ ਮੁਕਤ ਹੈ, ਨਾ ਪੰਛੀ ਮੁਕਤ ਹੈ। 84 ਲੱਖ ਜੂਨਾਂ ਦੇ ਵਿੱਚੋਂ ਕੋਈ ਜੂਨ ਮੁਕਤ ਨਹੀਂ ਹੈ। ਇੱਥੋਂ ਤੱਕ ਵੀ ਜਿਹੜੇ ਸਵਰਗ ਦੇ ਰਹਿਣ ਵਾਲੇ ਦੇਵੀ ਦੇਵਤੇ ਨੇ ਉਹ ਵੀ ਮੁਕਤ ਨਹੀਂ ਹਨ। ਜੇ ਉਹ ਚਾਹੁਣ ਵੀ ਅਸੀਂ ਖੰਡ ਪਾਠ ਕਰਾ ਕੇ ਮੁਕਤ ਹੋ ਜਾਈਏ, ਖੰਡ ਪਾਠ ਨਹੀਂ ਕਰਾ ਸਕਦੇ। ਤੁਸੀਂ ਹੈਰਾਨ ਹੋਵੋਗੇ, ਸਹਿਜ ਪਾਠ ਨਹੀਂ ਕਰ ਸਕਦੇ ਹੋ ਮੁਕਤੀ ਵਾਸਤੇ, ਕੋਈ ਆਪਦੀ ਅਰਦਾਸ ਨਹੀਂ ਕਰ ਸਕਦੇ। ਇੱਕੋ ਇੱਕ ਬੰਦਾ ਹੀ ਹੈ। ਤਾਈਓ ਮਹਾਰਾਜ ਨੇ ਬਾਰ ਸਾਨੂੰ ਸਿੱਖਿਆ ਦਿੱਤੀ ਹੈ, ਜਿੰਨੀ ਵੀ ਸਿੱਖਿਆ ਮਨੁੱਖ ਨੂੰ ਹੈ ਕਿ ਇਹ ਭਾਈ ਆਇਓ ਸੁਣਨ ਪੜ੍ਹਨ ਕੋ ਬਾਣੀ, ਤੂੰ ਬਾਣੀ ਪੜ੍ਹਨ ਸੁਣਨ ਵਾਸਤੇ ਆਇਆ। ਨਾਮ ਵਿਸਾਰ ਲੱਗੇ ਅਨ ਲਾਲਚ, ਵਾਹਿਗੁਰੂ ਨਾਮ ਨੂੰ ਭੁਲਾ ਕੇ ਤੂੰ ਹੋਰਨਾਂ ਲਾਲਚਾਂ ਦੇ ਵਿੱਚ ਲੱਗਾ ਹੋਇਆ। ਬਿਰਥਾ ਜਨਮ ਪੁਰਾਣੀ, ਇਹ ਪੁਰਾਣੀ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੀ ਹੋ। ਦੇਵੀ ਦੇਵਤੇ ਵੀ ਕਥਾ ਕੀਰਤਨ ਕਰ ਸੁਣ ਕੇ, ਖੰਡ ਪਾਠ ਕਰਾ ਕੇ ਜਾਂ ਸਹਿਜ ਪਾਠ ਕਰਕੇ, ਨਿਤਨੇਮ ਕਰਕੇ, ਵਾਹਿਗੁਰੂ ਕਰਕੇ ਮੁਕਤ ਨਹੀਂ ਹੋ ਸਕਦੇ। ਉਹ ਆਪਦੇ ਪੁੰਨਾਂ ਦਾ ਫਲ ਭੋਗਦੇ ਨੇ। ਮਾਲਾ ਪਾਈ ਹੁੰਦੀ ਹੈ, 1 ਸਾਲ ਬਾਅਦ ਇੱਕ ਫੁੱਲ ਸੁੱਕਦਾ, ਸਾਰੇ ਫੁੱਲ ਸੁੱਕ ਜਾਣ, ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਜਾਂਦਾ ਵੀ ਜਾਓ। ਫਿਰ ਮਨੁੱਖਾ ਜਨਮ ਦੇ ਵਿੱਚ ਕੋਈ ਚੰਗਾ ਕੰਮ ਕਰ ਲੈਣ ਦਾ ਠੀਕ ਹੈ। ਅਤੇ ਇਸ ਲਈ ਪਾਪੀ ਬੰਦੇ ਪਾਪ ਭੋਗਦੇ ਨੇ। ਭੂਤਾਂ ਪ੍ਰੇਤਾਂ ਦੀਆਂ ਕਿੰਨੀਆਂ ਹੀ ਜੂਨਾਂ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਮਹਾਂਪੁਰਖ ਕਹਿੰਦੇ ਤੈਨੂੰ ਜਨਮ ਦਿੰਦੇ ਆ। ਇੱਕ ਪ੍ਰੇਮੀ, ਸ਼ਾਇਦ ਉਹਦਾ ਨਾਮ ਮੋਹਨ ਸਿੰਘ ਸੀਗਾ, ਅਤੇ ਉਹ ਮੁੰਡਾ ਮੰਗਦਾ ਹੁੰਦਾ ਸੀ ਵੀ ਮੈਨੂੰ ਮੁੰਡਾ ਦਿਓ ਜੀ। ਬਾਬਾ ਜੀ ਮੇਰੇ ਘਰ ਪੁੱਤਰ ਹੋਏ। ਕਹਿੰਦੇ ਆ ਭਾਈ ਤੈਨੂੰ ਪੁੱਤਰ ਦਈਏ। ਅਤੇ
ਚੱਲ ਮਹਾਰਾਜ ਨੂੰ ਮੱਥਾ ਟੇਕ ਅਰਦਾਸ ਕਰ। ਕਹਿੰਦੇ ਚੱਲ ਬਈ ਇਹਦੇ ਘਰ ਚਲਿਆ ਜਾ, ਸੇਵਾ ਕਰੀ, ਭਗਤੀ ਕਰੀ, ਕਮਾਈ ਕਰੀ, ਗੁਰੂ ਸਾਹਿਬ ਕਿਰਪਾ ਕਰਨਗੇ, ਮੁਕਤੀ ਮਿਲੂਗੀ। ਸੁਲੇਮਨ ਕਾਜੀ ਨੂੰ ਮੂਹਣ ਸੋਂ ਦੇ ਘਰ ਭੇਜਿਆ। ਜਦ ਉਹ 5-7 ਸਾਲਾਂ ਦਾ ਸੀਗਾ, ਫਿਰ ਦੀਵਾਨ 'ਚ ਖਿਲਾਰ ਕੇ ਮਹਾਂਪੁਰਖਾਂ ਨੇ ਸੰਗਤ ਨੂੰ ਦਿਖਾਇਆ ਵੀ ਆਹ ਮੁੰਡਾ ਜੀ। ਉਹ ਮੁੰਡੇ ਨੂੰ ਮੁੜ ਕੇ ਫਿਰ ਕੋਈ ਸਮਝ ਨਹੀਂ ਰਹੀ। ਮੁੜ ਕੇ ਇਹਨਾਂ ਨੂੰ ਗਿਆਨ ਰਿਹਾ ਵੀ ਮੈਂ ਕੌਣ ਆ, ਕਿੱਥੋਂ ਆਇਆ। ਕੁਦਰਤ ਭਗਵਾਨ ਦੀ, ਪਰਮਾਤਮਾ ਦੀ ਮਾਇਆ ਹੈ, ਉਹ ਚੇਤਾ ਨਹੀਂ ਰਹਿਣ ਦਿੰਦੀ ਹੈ। ਜਨਮ ਤੋਂ ਪਹਿਲਾਂ 100 ਜਨਮ ਦਾ ਗਿਆਨ ਹੁੰਦਾ ਬੱਚੇ ਨੂੰ, ਪਰ ਜਨਮ ਲੈਂਦਿਆਂ ਸਾਰ ਮਾਇਆ ਮੱਤ ਘੁਮਾ ਦਿੰਦੀ ਆ, ਮੱਤ ਮਾਰ ਦਿੰਦੀ ਹੈ। ਮਹਾਂਪੁਰਖਾਂ ਨੇ ਇੱਕ ਵਾਰ ਬਚਨ ਕੀਤਾ, ਮੈਂ ਸੁਣ ਕੇ ਹੈਰਾਨ ਰਹਿ ਗਿਆ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਵਾਂ ਕਈ ਵਾਰ ਗੁੱਸੇ 'ਚ ਬੋਲ ਹੀ ਦਿੰਦੀਆਂ ਨੇ। ਉਹਨਾਂ ਬੋਲਿਆ ਕਿ ਜੋ ਅੱਜ ਤੱਕ ਮੇਰੇ ਕੰਨਾਂ ਵਿੱਚ ਗੂੰਜਦਾ ਹੈ, ਕਹਿੰਦੇ ਵੀ ਜਿਵੇਂ ਬੱਚਾ ਵੱਡਾ ਹੁੰਦਾ ਉਹਨੂੰ ਸਿਆਣਾ ਹੋਣਾ ਚਾਹੀਦਾ, ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੁੰਦੇ ਹੋ ਤੁਹਾਡੀ ਮੱਤ ਮਾਰੀ ਜਾ ਰਹੀ ਹੈ। ਸੱਚਮੁੱਚ ਹੀ ਜਿੰਨਾ ਵੀ ਵੱਡਾ ਹੁੰਦਾ ਤਿਵੇਂ ਤਿਵੇਂ ਮੱਤ ਹੇਠਾਂ ਗਿੱਟਿਆਂ ਤੱਕ ਤੁਰੀ ਆਉਂਦੀ। ਅਤੇ ਇਸ ਵਾਸਤੇ ਮਹਾਰਾਜ ਨੇ ਆਖਿਆ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਬੁੱਧੀ ਦੀ ਇਹੀ ਲਿਆਕਤ ਹੈ, ਇਹੀ ਸਫਲਤਾ ਹੈ ਵੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਏ। ਪਰ ਜਿਵੇਂ ਜਿਵੇਂ ਇਨਸਾਨ ਵੱਡਾ ਹੁੰਦਾ ਮਾਇਆ ਦਾ ਮੋਹ ਉਹਨੂੰ ਜਕੜੀ ਜਾਂਦਾ, ਜਕੜੀ ਜਾਂਦਾ, ਜਕੜੀ ਜਾਂਦਾ। ਇੰਨਾ ਬੰਦਾ ਜਕੜਿਆ ਜਾਂਦਾ ਮਰਨ ਤੱਕ ਵੀ ਮੁਕਤ ਹੋਣ ਬਾਰੇ ਸੋਚਣਾ ਵੀ ਔਖਾ ਬਣ ਜਾਂਦਾ, ਅਗਲੇ ਜਨਮ ਬਾਰੇ ਵੀ। ਇਹ ਜਨਮ ਜਿੱਦਾਂ ਭਲਾ ਕੀ ਮੁਕਤ ਹੋਣਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉਬੇਸਾ, ਦਸਵੇਂ ਦੱਦਾ ਹੁਆ ਸਵਾ, ਗਏ ਸੇ ਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾ, ਆਇਆ ਗਿਆ ਮੋਇਆ ਨਾਉ, ਪਿੱਛੇ ਪਤਲ ਸਦਿਓ ਕਾਵ, ਨਾਨਕ ਮਨ ਮੁਖੰਦ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਕਈ ਕਹਿੰਦੇ ਭੂਤ ਪ੍ਰੇਤ ਹੈ ਨਹੀਂ। ਕਿਉਂ ਨਹੀਂ ਹੈ? ਇਹ ਜੂਨ ਹੈ, ਬੰਦੇ ਦੀ ਵੀ ਜੂਨ ਹੈ, ਉਹਨਾਂ ਦੀ ਵੀ ਜੂਨ ਹੈ। ਸਾਡੀ ਦੇਹ 5 ਤੱਤਾਂ ਦੀ ਹੈ, ਉਹਨਾਂ ਦੀ 2 ਤੱਤਾਂ ਦੀ ਹੈ, ਅੱਗ ਅਤੇ ਹਵਾ। ਅੱਗ ਵਾਂਗ ਸੜਦੇ ਰਹਿੰਦੇ ਨੇ, ਹਵਾ ਵਾਂਗ ਭਟਕਦੇ ਰਹਿੰਦੇ ਨੇ। ਮੂੰਹ ਪਿੱਛੇ ਹੈ, ਪੈਰ ਪੁੱਠੇ ਨੇ, ਅਤੇ ਬੜੀ ਬੁਰੀ ਹਾਲਤ ਹੈ। ਸੂਈ ਦੇ ਨੱਕੇ ਜਿੰਨਾ ਮੂੰਹ ਹੈ ਅਤੇ 1.25 ਮਣ ਜਿੰਨੀ ਭੁੱਖ ਹੈ। ਜਿਸ ਚੀਜ਼ ਨੂੰ ਖਾਣ ਲਈ ਹੱਥ ਲਾਉਂਦੇ ਨੇ ਉਹ ਗੰਦਗੀ ਬਣ ਜਾਂਦੀ ਹੈ। ਕੁਝ ਖਾ ਨਹੀਂ ਪਕਾ ਨਹੀਂ ਸਕਦੇ, ਭੁੱਖੇ ਮਰਦੇ ਨੇ, ਬੜੀ ਮੁਸ਼ਕਿਲ ਹੈ। ਮਹਾਂਪੁਰਖਾਂ ਮੈਨੂੰ ਬਚਨ ਸੁਣਾਇਆ। ਸੰਤ ਬਾਬਾ ਸੁਰਿੰਦਰ ਸਿੰਘ ਜੀ YPS ਸਕੂਲ ਨਜ਼ਦੀਕ ਗੁਰਦੁਆਰਾ ਸ੍ਰੀ ਧੰਨਾ ਭਗਤ ਸਾਹਿਬ ਦੇ ਮਹਾਨ ਸੇਵਾਦਾਰ, ਲੰਮਿਆਂ ਵਾਲੇ ਸੰਤਾਂ ਦੇ। ਇੱਕ ਕਹਿੰਦੇ ਕਿ ਘੋੜੀ ਹੁੰਦੀ ਸੀ ਸਾਡੇ ਕੋਲ, ਅਤੇ ਦੁੱਧ ਇਕੱਠਾ ਕਰਕੇ ਮੇਰੀ ਡਿਊਟੀ ਹੋਣੀ ਵੀ ਉਹਨੂੰ ਫੇਰਾ ਪੂਰਾ ਲਵਾ ਕੇ ਲਿਆਉਣਾ, ਇਹਦੇ ਹੱਡ ਪੈਰ ਖੁੱਲ੍ਹ ਜਾਣ ਨਾਲੇ, ਅਤੇ ਇਹਨੂੰ ਚਾਰ ਚੋਰ ਕੇ ਲਿਆਉਣਾ। ਕਹਿੰਦੇ ਘੋੜੀ ਲੈ ਕੇ ਮੈਂ ਤੁਰ ਪਿਆ। ਸੋਚਿਆ ਵੀ ਅੱਗੇ ਜਾ ਕੇ ਚੜ੍ਹਾਂਗਾ ਜਾਂ ਆਪ ਵੀ ਥੋੜ੍ਹਾ ਸੈਰ ਕਰ ਲੈਂਦੇ ਆ। ਲਗਾਮਾਂ ਫੜੀਆਂ ਹੋਈਆਂ। ਉਹਨੂੰ ਮੈਂ ਕਿਹਾ ਵੀ ਤੂੰ ਅੱਗੇ ਆ। ਮੈਂ ਅੱਗੇ ਅੱਗੇ, ਉਹ ਪਿੱਛੇ ਪਿੱਛੇ। ਉਹ ਘੋੜੀ ਅੜੀ ਕਰਨ ਲੱਗ ਪਈ ਜੀ। ਉਹਨੂੰ ਮੈਂ ਗਾਂਹ ਤੂੰ ਆ, ਉਹ ਪਛਾਣ ਨੂੰ ਜਾਏ। ਮੈਨੂੰ ਚੜ੍ਹਿਆ ਗੁੱਸਾ, ਮੈਂ ਡੰਡਾ ਮਾਰਿਆ ਅਤੇ ਉਹ ਅੱਗੇ ਨਾ ਤੁਰੇ। ਬੜੀ ਮੁਸ਼ਕਿਲ ਉਹਨੂੰ ਮੈਂ ਧੂਤ ਆ ਕੇ ਗਾਂਹ ਕੀਤਾ, ਅਤੇ ਜਿਉਂ ਹੀ ਉਹ ਗਾਂਹ ਹੋਈ ਉਹਨੇ ਅਗਲੇ ਪੌੜ ਚੁੱਕ ਲਏ। ਚੁੱਕ ਕੇ ਅਤੇ ਪਿੱਠ ਪਰਨੇ ਉਲਟੀ ਬਾਜੀ ਲਾਈ, ਉਹਦਾ ਸਿਰ ਠਾਂ ਵੱਜਾ ਅਤੇ ਸਿਰ 'ਤੇ ਸੱਟ ਲੱਗ ਗਈ। ਕਹਿੰਦੇ ਮੈਂ ਘਬਰਾ ਗਿਆ ਵੀ ਮੈਂ ਜ਼ਿਆਦਤੀ ਕੀਤੀ, ਜ਼ਬਰਦਸਤੀ। ਘੋੜੀ ਵਿਚਾਰੀ ਤੁਰਨਾ ਨਹੀਂ ਸੀ ਚਾਹੁੰਦੀ ਅਤੇ ਪਤਾ ਨਹੀਂ ਕੀ ਹੋਇਆ।
ਕਹਿੰਦੇ ਮੈਂ ਭੱਜਾ ਆਇਆ, ਆਖਿਆ ਬਾਬਾ ਜੀ ਵੀ ਆਹ ਕੰਮ ਹੋ ਗਿਆ। ਅਤੇ ਉਹ ਕਹਿੰਦੇ ਵੀ ਇਹਨੂੰ ਇਉਂ ਕਰ, ਦੁੱਧ ਗਰਮ ਕਰਕੇ ਅਤੇ ਵਿੱਚ ਉਹ ਕਹਿੰਦੇ ਕੁਛ ਪਾ ਪੂ ਕੇ ਅਤੇ ਹਲਦੀ ਹੁਲਦੀ ਪਾ ਕੇ ਅਤੇ ਥੋੜ੍ਹਾ ਜਿਹਾ ਘਿਓ ਪਾ ਕੇ ਉਹਨੂੰ ਪਿਆ, ਲੱਗੀ ਹੋਈ ਸੱਟ ਅਤੇ ਆਰਾਮ ਆ ਜਾਏਗਾ, ਇਹਨੂੰ ਉੱਥੇ ਬੰਨ੍ਹ ਦੇ, ਬਿਠਾ ਦੇ ਇਹਨੂੰ। ਉਹ ਜੇ ਗੱਲਾਂ ਬਾਤਾਂ ਕਹਿੰਦੇ ਕਰ ਰਹੇ ਸੀ ਅਤੇ ਇੱਕ ਕਮਲੀ ਜੀ ਮਾਈ ਕੋਈ ਬਾਂਹ ਤੋਂ ਫੜ ਕੇ ਲੈ ਆ, ਉਲਟਾ ਸਿੱਧਾ ਜਿਹਾ ਉਹ ਸਿਰ ਜਿਹਾ ਘੁਮਾਈ ਜਾਏ, ਅੱਖਾਂ ਪੁੱਠੀਆਂ ਜਿਹੀਆਂ ਕੀਤੀਆਂ ਹੋਈਆਂ, ਅਤੇ ਕਹਿੰਦੇ ਬਾਬਾ ਜੀ ਵੀ ਇਹਨੂੰ ਪਤਾ ਨਹੀਂ ਕੀ ਹੋ ਗਿਆ। ਕਹਿੰਦੇ ਬਿਠਾਓ। ਉਹਨਾਂ ਪਤਾ ਨਹੀਂ ਮੂਲ ਮੰਤਰ ਪੜ੍ਹਿਆ ਕੀ ਕੀਤਾ, ਆਹ ਲੰਬਿਆਂ ਵਾਲੇ ਮਹਾਂਪੁਰਖ, ਅਤੇ ਉਹ ਤਾਂ ਜੀ ਹੋਰ ਹੀ ਅਵਾ ਤਵਾ ਬੋਲਣ ਲੱਗ ਪਈ, ਅਤੇ ਸਾਰੀਆਂ ਗੱਲਾਂ ਬਾਤਾਂ ਉਲਟੀਆਂ ਸਿੱਧੀਆਂ। ਕਹਿੰਦੇ ਅਸੀਂ ਬਹੁ ਗਿਣਤੀ ਵਿੱਚ ਹਾਂ, ਆਹ ਵੇਖੋ ਤੁਹਾਡਾ ਸੇਵਾਦਾਰ। ਅਤੇ ਕਹਿੰਦੇ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਪੁੱਡਾ ਭਵਨ ਬਣਿਆ, ਇੱਥੇ ਮੜੀਆਂ ਹੁੰਦੀਆਂ ਸੀ, ਮੜੀਆਂ ਲੰਬਿਆਂ ਪਿੰਡ ਦੀਆਂ ਪੁਰਾਣੀਆਂ ਮੜੀਆਂ ਨੇ ਉੱਥੇ ਪੁੱਡਾ ਭਵਨ ਵਾਲੀ ਜਗ੍ਹਾ 'ਤੇ। ਉੱਥੋਂ ਇਹ ਘੋੜੀ ਨੂੰ ਸੱਟ ਪੇਟ ਲੱਗੀ। ਕਹਿੰਦੇ ਵੀ ਸਾਨੂੰ ਗੁੱਸਾ ਬੜਾ ਸੀਗਾ, ਅਸੀਂ ਆਪ ਦਾ ਰੋਟੀ ਪਾਣੀ ਪਕਾ ਰਹੇ, ਖਾਣਾ ਦੇਣਾ ਤਿਆਰ ਕੀਤਾ ਹੋਇਆ, ਅਜੇ ਖਾਣ ਲੱਗੇ ਅਤੇ ਇਹ ਆਪ ਹੀ ਉੱਤੋਂ ਦੀ ਲੰਘ ਗਿਆ, ਸਾਰੇ ਸਾਡੇ ਭਾਂਡੇ ਟਿੰਡੇ ਖਰਾਬ ਕਰਤੇ, ਰੋਟੀ ਪਾਣੀ ਖਰਾਬ ਕਰਤਾ, ਅਤੇ ਘੋੜੀ ਨੂੰ ਵੀ ਚਾੜ੍ਹਤਾ। ਸਾਡਾ ਇਹਦੇ 'ਤੇ ਵੱਸ ਨਹੀਂ ਚੱਲਿਆ, ਕਿਉਂਕਿ ਸੇਵਾਦਾਰ, ਅਤੇ ਘੋੜੀ ਨੂੰ ਅਸਾਂ ਚੁੱਕ ਕੇ ਮਾਰਿਆ, ਉਹ ਵੇਖੋ ਪਈ ਹੈ। ਫਿਰ ਪਤਾ ਲੱਗਿਆ ਵੀ ਕੀ ਹੋਇਆ। ਅਤੇ ਕਹਿੰਦੇ ਅੱਧੀਆਂ ਕਿਤਾਂ ਨਿਕਲ ਗਈਆਂ, ਅਤੇ ਆਹ ਜਿਹੜੀ ਮਾਈ ਸੀਗੀ ਭਾਂਡੇ ਧੋ ਰਹੀ ਸੀ ਗਲੀ 'ਚ, ਮੈਂ ਇਹਦਾ ਸਿਰ ਘੁਮਾਤਾ ਫੜ ਕੇ, ਅਤੇ ਇਹਨੂੰ ਮੈਂ ਪਕੜ ਲਿਆ। ਕਹਿੰਦੇ ਹੁਣ ਤੂੰ ਥੱਪੜ ਖਾਣਾ ਕਿ ਜਾਣਾ? ਕਹਿੰਦੇ ਜੀ ਜਾਣਾ। ਕਹਿੰਦੇ ਨਿਕਲ ਜਾਓ, ਇੱਥੇ ਤੁਹਾਡਾ ਕੀ ਕੰਮ? ਕਹਿਣ ਤੋਂ ਮੁਰਾਦ ਇਹ ਹੈ ਕਿ ਅਸੀਂ ਇਨਸਾਨ ਇਸ ਦੇਹ ਦੀ ਕੀਮਤ ਨੂੰ ਨਹੀਂ ਪਾ ਸਕੇ, ਇਹਨੂੰ ਸਮਝ ਨਹੀਂ ਸਕੇ ਕਿ ਇਹਦੀ ਕਿੱਡੀ ਵੱਡੀ ਕੀਮਤ ਹੈ। ਪਤਾ ਨਹੀਂ ਕਿੰਨਾ ਆਪਾਂ ਪੈਸਾ ਤਾਰਿਆ ਹੈ, ਯਾਨੀ ਕਿ ਕਿੰਨੇ ਪੁੰਨ ਕਰਮ ਜਮ੍ਹਾਂ ਕਰਕੇ ਫਿਰ ਰੱਬ ਦੇ ਘਰੋਂ ਪਤਾ ਨਹੀਂ 100 ਅਰਦਾਸਾਂ ਕਰਕੇ ਇਹਨੂੰ ਪ੍ਰਾਪਤ ਕੀਤਾ। ਸਾਨੂੰ ਕੀ ਪਤਾ, ਸਾਨੂੰ ਚੇਤਾ ਹੀ ਨਹੀਂ, ਭੁੱਲ ਗਏ ਆਪਾਂ। ਇੱਕ ਉਦਾਸੀ ਸੰਪਰਦਾ ਦਾ ਸਾਧੂ ਜੋਗੀ, ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਇਆ। ਗੁਰੂ ਨਾਨਕ ਸਾਹਿਬ ਦੇ ਘਰ ਤੋਂ ਬਗੈਰ ਵੀ ਮੁਕਤੀ ਨਹੀਂ ਜੇ, ਐਵੇਂ ਸੋਚਿਓ ਨਾ ਮੈਂ ਝੂਠ ਬੋਲਦਾ। ਇਤਿਹਾਸ ਦੀ ਸਾਖੀ ਸੁਣਾ ਕੇ ਸਪਸ਼ਟ ਕਰਾਂਗਾ। ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਮੁਕਤੀ ਦਾ ਦਰਵਾਜ਼ਾ ਖੋਲ੍ਹਿਆ ਹੈ। ਉਹ ਜੋਗੀ ਕਹਿਣ ਲੱਗਾ, ਮਹਾਰਾਜ ਮੈਨੂੰ ਮੁਕਤ ਕਰੋ ਜੀ, ਮੈਂ ਭਟਕਦਾ ਆਇਆ ਹਾਂ। ਮਹਾਰਾਜ ਕਹਿੰਦੇ ਮੁਕਤੀ ਜੁਗਤੀ ਨਾਲ ਮਿਲਦੀ ਹੈ ਗੁਰਮੁਖਾ, ਤੈਨੂੰ ਮਰਨਾ ਪਊਗਾ। ਕਹਿੰਦਾ ਜੀ ਉਹ ਕਿਉਂ? ਕਹਿੰਦੇ ਵੀ ਤੈਨੂੰ ਗੁਰਦੁਆਰੇ ਆਉਣਾ ਪਏਗਾ, ਹੁਣ ਤੇਰੀ ਉਮਰ ਸਮਾਪਤ ਹੋ ਗਈ ਹੈ। ਤੂੰ ਇੱਛਾ ਧਾਰ ਕੇ ਅਰਦਾਸ ਕਰ ਵੀ ਹੇ ਰੱਬ ਸੱਚਿਆ ਮੈਨੂੰ ਗੁਰਦੁਆਰੇ ਭੇਜ। ਤੂੰ ਇੱਥੇ ਰਹਿ ਕੇ ਆ ਬੌਲੀ ਸਾਹਿਬ ਦੀ ਸੇਵਾ ਲੱਗੀ ਹੈ, ਸੇਵਾ ਕਰੀ ਅਤੇ ਗੁਰਬਾਣੀ ਦਾ ਪਾਠ ਕਰੀ, ਵਾਹਿਗੁਰੂ ਨਾਮ ਦੀ ਮਾਲਾ ਫੇਰੀ, ਤਾਂ ਅਸੀਂ ਮਹਾਰਾਜ ਨੂੰ ਕਹਿ ਸਕਦੇ ਹਾਂ ਵੀ ਇਹਨੂੰ ਮੁਕਤ ਕਰ ਦਿਓ। ਜੇ ਤੂੰ ਮੁਕਤੀ ਲੈਣੀ ਹੈ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨਾ ਪਊਗਾ। ਅਤੇ ਹੁਣ ਤਾਂ ਤੂੰ ਬੁੱਢਾ ਹੋ ਗਿਆ, ਸਮਾਪਤੀ ਹੋ ਗਈ, ਹੁਣ ਗਾਂਹ ਨਵਾਂ ਜਨਮ ਲੈ ਕੇ ਆ। ਕਹਿੰਦਾ ਜੀ 7 ਵਚਨ ਜਿਹੜੇ ਜੋਗੀ ਲੋਕ ਹੁੰਦੇ ਨੇ ਉਹ ਕਰਨੀ ਵਾਲੇ ਹੁੰਦੇ, ਇਹਨਾਂ ਨੇ ਸਵਾਸ ਚੜ੍ਹਾਏ 10ਵੇਂ ਦੁਆਰ 'ਚ ਚਾੜ੍ਹ ਕੇ, ਅਤੇ ਹੋ ਗਿਆ। ਅਤੇ ਗੁਰੂ ਮਹਾਰਾਜ ਦੇ ਘਰ ਸੱਚੇ ਪਾਤਸ਼ਾਹ ਨੂੰ ਖਬਰ ਮਿਲੀ ਕਿ ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ। ਮਰ ਕਹਿੰਦੇ ਜੋਗੀ ਆ ਗਿਆ, ਉਹਦਾ ਨਾਮ ਰੱਖੋ। ਕਹਿੰਦੇ ਉਹਦਾ ਨਾਮ ਹੈ ਆਨੰਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ 40 ਪੌੜੀਆਂ ਆਨੰਦ ਸਾਹਿਬ ਦੀ ਉਥਾਨਗਾ ਇਹ ਸੁਣਾਈ ਦੀ ਹੈ ਵੀ ਜਦ ਜੋਗੀ ਨੇ ਗੁਰੂ ਮਹਾਰਾਜ ਦੇ ਪੋਤਰੇ ਦੇ ਰੂਪ ਦੇ ਵਿੱਚ ਆਨੰਦ ਨਾਮ ਨਾਲ ਜਨਮ ਲਿਆ, ਅਤੇ ਉਹਦੇ ਨਾਮ 'ਤੇ ਮਹਾਰਾਜ ਨੇ ਬਾਣੀ ਉਚਾਰੀ ਆਨੰਦ ਸਾਹਿਬ ਦੀ, ਅਤੇ ਉਹਦਾ ਨਾਮ ਆਨੰਦ ਰੱਖਿਆ। 40 ਪੌੜੀਆਂ ਉਚਾਰ ਕੇ
आनंद भया मेरी माए, सतगुरु मैं पाया, सतगुरु तो पाया सहज सेती, मन वजियाँ बधाइयाँ, राग रतन बरवार भरियाँ, शब्द गावण आईयाँ, शब्दो तां गावो हरि केरा, मन जिनी वसाया, कह नानक आनंद होया, सतगुरु मैं पाया। वो भाई बल्लू नूं लिख के साहिबां ने दित्तियां, जिहड़ा महाराज दा गड़वई सीगा, आख्या भाई बल्लू जा ढोल लिया, उन्हें ढोल लिया, कहते कोठे ते चढ़ जा, स्पीकर तो होंदे नहीं सीगे, ते महाराज कहते कोठे ते चढ़ के ढोल वजा, सारे लोगों को पता लगे, ते ढोल के डगे नाल 40 पौड़ियां आनंद साहब का कीर्तन लोगों को सुना, ताकि पता चले आनंद का जन्म होया। इंज महाराज सच्चे पातशाह ने बाणी के कीर्तन द्वारा बच्चे की खुशी मनाई है। कोई गुरमत तो उल्ट मर्यादा नहीं की, कोई शराबा कबाबा या कोई होर पार्टी, बाणी की खुशी मनाई है। तो इस वास्ते जे रब ने सानू बंदा बनाया, मनुखा दे दी है, तो किन्ने भाग ने। उच्चा सुच्चा गुरु कर, गुरु की बाणी महाराज का अमृत छकाया है, अमृत छक के गुरु वाले बन के घट तो घट 5 बाणियां अमृत वेले, 2 बाणियां शाम, रह रस कीर्तन सोहला, सुखमनी सहबातक, सो गुरबाणी का पाठ करके सानू मुक्त होने बारे सोचना चाहिए है। जड़ियाँ शहीदां दी आत्मावां ने वो पवित्र हैं, उन्हां दी मर्जी है, जद मर्जी सचखंड, जद मर्जी जिथे मर्जी विचरण। तो इस वास्ते आपदी रूह की कल्याण वास्ते शहीदां दे स्थान की सेवा सिमरन करके भला करना चाहिए। महाराज कहते ने 84 लख जून विच जल थल महील त्रिपमन सारा, इकस इकस जोन विच जीए जंत अगणत अपारा, सास गिरा संभालदा कर ब्रह्मंड करोड़ अपारा, रोम रोम विच रखे होण ओंकार आकार विथारा, सिर सिर लेख अलेख दा लेख अलेख उपावन हारा, कुदरत कमन करे विचारा। मन तन होए चुलंब जे सतगुर पाया, मानस जन्म दुलंब गुरमुख पाया। हे भाई, ये मनुखा जन्म बहुत कठिनताई नाल प्राप्त होने वाला, जो गुरमुख जनां दा पाया होया सफला है। मन तन होए चुलंब जे सतगुर पाया, जेकर सतगुरु साहब नूं भा जावे, या जेकर सतगुरु जी दे भाणे अनुसार हो के चले, या सतगुरां नाल पाया प्रेम करे, तां मन तन होए चुलंब, हिरदे ते शरीर ज्ञान रूपी गूढ़े रंग वाले हो जाते हैं। जन्म सवार वखर सच लै, वो गुरमुख जन अपने इस मनुखा जन्म नूं शुभ गुणां नाल सवार के सुधार के चले, जो सच्चे नाम का लाभदायक सौदा गुरां तो खरीद लैंदे ने। पाए दरबार सतगुर शब्द भै, जो सतगुरां दी उपदेश दे भै या उपदेश द्वारा परमेश्वर दे भै च रते रहिंदे, वो सचखंड रूप दरबार दे विच इज्जत प्राप्त करते, स्वरूप की प्राप्ति रूप पत पाउंदे हन। विश्राम दे के फरमाउंदे ने, मन तन सच सलाहे साचे मन पाया। जिहदे मन हिरदे ते तन शरीर करके सच्चे परमात्मा नूं जिन्ने सलाया, वो सच्चे परमात्मा के चित विच भा जाता है। लाल रता मन मानिया गुर पूरा पाया, जिन्ना पूरे गुरु नूं पाया, उन्हां दा मन परमेश्वर च मन्निया ते प्रेम दे विच रंगिया गया है। ओ जीवा गुणसार अंतर तू वसै, हे परमेश्वर, मैं तेरे गुणां नूं संभाल के जीउंदा तां कि तू मेरे हिरदे विच वस जावें, तू सारियां दे हिरदे अंदर वसदा है। वस है मन माहे सहज रस रसै, तू जिन्हां दे मन च वस जांदा, वो सुभाविक ही तेरे आनंद च रस जाते, वो ज्ञान अवस्था विच रस जाते हैं। मूर्ख मन समझाए आखो कीतड़ा, इस मूर्ख बेसमझ मन नूं वेदां शास्त्रां दे सिद्धांत द्वारा समझा के किन्ना कुछ आखिए, आपां तां खप गए हैं बोल बोल के, इहदे नाल सुणदा ही नहीं है। या मूर्ख पुरुषां दे मन नूं किन्नियां क किताबां वेदां शास्त्रां दे ज्ञान द्वारा किन्ना को कह के समझाइए, मतलब उन्हां
ਝੋਟੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ, ਸਮਝਣਾ ਤਾਂ ਹੈ ਨਹੀਂ ਹੈ। ਗੁਰਮੁਖ ਹਰ ਗੁਣ ਗਾਏ, ਗੁਰਮੁਖ ਜਨ ਪਰਮੇਸ਼ਰਾਂ ਦੇ ਗੁਣਾਂ ਨੂੰ ਕੀਰਤਨ ਰੂਪ 'ਚ ਗਾਉਂਦੇ ਰਹਿੰਦੇ ਨੇ। ਰੰਗ ਰੰਗੀਤੜਾ, ਜਿਸ ਕਰਕੇ ਉਹਨਾਂ ਦਾ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਨਿਤ ਨਿਤ ਹਿਰਦੈ ਸਮਾਲ, ਹੇ ਭਾਈ ਤੂੰ ਵੀ ਨਿਤਾ ਪ੍ਰਤੀ ਆਪਣੇ ਹਿਰਦੇ ਵਿੱਚ ਸੰਭਾਲ। ਪ੍ਰੀਤਮ ਆਪਣਾ, ਆਪਣੇ ਪਿਆਰੇ ਪ੍ਰੀਤਮ ਪਰਮੇਸ਼ਰ ਨੂੰ ਜੇ ਚੱਲੈ ਗੁਣ ਨਾਲ, ਜੇਕਰ ਤੂੰ ਸ਼ੁਭ ਗੁਣਾਂ ਨੂੰ ਨਾਲ ਲੈ ਕੇ ਚੱਲੇਗਾ, ਨਾਹੀ ਦੁਖ ਸੰਤਾਪਣਾ, ਭਾਵ ਸ਼ੁਭ ਗੁਣਾਂ ਨੂੰ ਅੰਦਰ ਧਾਰਨ ਕਰੇਗਾ, ਤਾਂ ਫਿਰ ਤੈਨੂੰ ਜੰਮਣ ਮਰਨ ਦਾ ਕਸ਼ਟ ਔਰ ਆਦਿ ਵਿਆਧੀ ਉਪਾਧੀ ਆਦਿਕ ਤਾਪਾਂ ਕਰਕੇ ਭਲੀ ਪ੍ਰਕਾਰ ਸੰਤਾਪ ਨਹੀਂ ਲੱਗੇਗਾ। ਮਨਮੁਖ ਭਰਮ ਭੁਲਾਣਾ, ਮਨਮੁਖ ਪੁਰਸ਼ ਭਰਮ ਕਰਕੇ ਸਰੂਪ ਵੱਲੋਂ ਭੁੱਲਣ ਜਾ ਰਿਹਾ ਹੈ, ਨਾ ਤਿਸ ਰੰਗ ਹੈ, ਕਿਉਂਕਿ ਉਹਨੂੰ ਪਰਮੇਸ਼ਰ ਦਾ ਪ੍ਰੇਮ ਨਹੀਂ ਲੱਗਾ ਹੋਇਆ ਹੈ। ਮਰਸੀ ਹੋਏ ਵਿਡਾਣਾ, ਸੋ ਜਿਸ ਕਰਕੇ ਦੁਖੀ ਹੋ ਕੇ ਉਹ ਮਰਦਾ ਹੈ ਜਾਂ ਮਰੇਗਾ। ਮਨ ਤਨ ਭੰਗ ਹੈ, ਉਹਦਾ ਮਨ ਹਿਰਦਾ ਤੇ ਸਰੀਰ ਵਾਹਿਗੁਰੂ ਦੀ ਪ੍ਰੀਤੀ ਵੱਲੋਂ ਭੰਗਿਆ ਪਿਆ ਹੈ, ਭੰਗ ਹੋਇਆ ਪਿਆ ਹੈ, ਵਿਘਨ ਪਿਆ ਹੋਇਆ ਹੈ, ਟੁੱਟਿਆ ਪਿਆ ਹੈ, ਦੋ ਫਾੜ ਹੋਇਆ ਪਿਆ ਹੈ। ਜੇ ਇੱਕ ਹੋਏ ਤਾਂ ਉਗਵੈ, ਕਣਕ ਹੈ, ਧਾਨ ਹੈ, ਦਾਲ ਹੈ, ਕੋਈ ਵੀ ਬੀਜ ਹੈ, ਜੇ ਬੀਜ ਹੋਏਗਾ ਤਾਂ ਉਹ ਬੀਜਿਆ ਉੱਗੇਗਾ। ਜੇ ਇੱਕ ਹੋਏ ਤਾਂ ਉਗਵੈ ਤੇ ਰੁੱਤੀ ਹੁਰਤ ਹੋਏ। ਜਿਹੜੀ ਦਾਲ ਹੈ, ਦਾਲ ਸਾਧ ਸੰਗਤ ਜੀਓ ਜੋ ਟੁੱਟ ਜਾਵੇ, ਮਾਂ ਦੀ ਦਾਲ ਹੈ ਜਾਂ ਛੋਲਿਆਂ ਦਾ ਦਾਣਾ ਹੈ, ਜੇ ਸਾਬਤ ਹੈ ਤਾਂ ਉੱਗੇਗਾ। ਜਦੋਂ ਦੋ ਫਾੜ ਹੋ ਗਿਆ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਉਤੋਂ ਛਿਲਕਾ ਉਤਰ ਗਿਆ, ਚੌਲਾਂ ਤੋਂ ਛਿਲਕਾ ਲਾ ਲਓ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਗਾ ਕੇ ਦਿਖਾਓ, ਉਹ ਗਲ ਜਾਊਗਾ ਪਰ ਉੱਗੂਗਾ ਨਹੀਂ, ਛਿਲਕਾ ਜੂ ਲੈ ਗਿਆ। ਤਾਂ ਇਸੇ ਪ੍ਰਕਾਰ ਜਿਹੜੀ ਦਾਲ ਹੈ ਦੋ ਫੜ ਹੋ ਗਈ, ਤੋ ਛੋਲਿਆਂ ਦਾ ਦਾਣਾ ਦੋ ਫੜ ਹੋ ਗਿਆ, ਕਦੀ ਨਹੀਂ ਉੱਗੇਗਾ। ਇਸ ਤਰ੍ਹਾਂ ਜਿਹਦਾ ਮਨ ਫਟ ਗਿਆ ਹੈ, ਮਨ ਦੇ ਤਨ 'ਚ ਭੰਗ ਪੈ ਗਈ, ਵਿਘਨ ਪੈ ਗਿਆ ਮਹਾਰਾਜ ਦੇ ਪਿਆਰ ਵੱਲੋਂ, ਤੇ ਅੱਜ ਵੀ ਮਰਿਆ, ਕੱਲ੍ਹ ਵੀ ਮਰਿਆ, ਦੁਖੀ ਹੋ ਕੇ ਮਰੇਗਾ। ਬੇਗਾਨਾ ਭਾਵ ਯਮਾ ਕਾਮ ਆਦਿਕਾਂ ਵਿਕਾਰਾਂ ਦੇ ਅਧੀਨ ਹੋ ਕੇ ਮਰੇਗਾ। ਗੁਰ ਕੀ ਕਾਰ ਕਮਾਏ, ਜੇ ਇੱਕ ਹੋਏ ਤਾਂ ਉਗਵੈ, ਅਬ ਕਿਉਂ ਉਗਵੈ ਦਾਲ। ਗੁਰ ਕੀ ਕਾਰ ਕਮਾਏ, ਲਾ ਘਰ ਆਣਿਆ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਕਾਰ ਸੇਵਾ ਵਾਲੇ ਬਾਬਿਆਂ ਕੋਲ ਜਾਈਦਾ ਤੇ ਉਹਨਾਂ ਕਹਿਣਾ ਟੋਕਰੀ ਫੜ ਲਓ, ਇੱਥੋਂ ਇੱਟਾਂ ਚੁੱਕ ਕੇ ਉੱਥੇ ਰੱਖ ਦਿਓ, ਉੱਥੋਂ ਚੁੱਕ ਕੇ ਉੱਥੇ ਰੱਖ ਦਿਓ, ਕੋਈ ਵੀ ਨਾ ਕੰਮ ਹੋਵੇ, ਇਸ ਤਰ੍ਹਾਂ ਹੀ ਕਰਾਉਂਦੇ ਰਹਿਣਾ। ਬੋਰੀਆਂ ਅਤੇ ਰੇਤ ਕਹਿਣਾ ਵੀ ਸਰੀਆ ਹੀ ਮਾਂਜੀ ਜਾਓ, ਗੁਰਦੁਆਰੇ ਦਾ ਲੈਂਟਰ ਸਰੀਆ ਸਾਫ਼ ਕਰਕੇ ਉੱਤੇ ਭੇਜੋ। ਮਤਲਬ ਕਹਿਣ ਦਾ ਵੀ ਕੁਛ ਨਾ ਕੁਛ ਕਰਦੇ ਰਹੋ। ਜਿਹੜੀ ਸੇਵਾ ਹੈ ਗੁਰੂ ਮਹਾਰਾਜ ਜੀ ਦੀ ਟਹਿਲ ਹੈ, ਭਗਤੀ ਹੈ, ਇਹ ਕਮਾਉਣ ਤੋਂ ਆਪਦੇ ਘਰ ਲਾਹਾ ਪ੍ਰਾਪਤ ਕਰਕੇ ਲਿਜਾਈਦਾ ਹੈ। ਅਤੇ ਜੇ ਇਸ਼ਨਾਨ ਕਰਨ ਲੱਗ ਪੈਣਾ ਤੇ ਕਹਿਣਾ ਵੀ ਭਲਿਓ ਲੋਕੋ, ਗੁਰਦੁਆਰੇ ਦੀ ਸੇਵਾ ਕਰਕੇ ਤੇ ਇੱਥੇ ਹੀ ਸੇਵਾ ਰਹਿ ਜਾਂਦੀ, ਘਰ ਕੀ ਲੈ ਕੇ ਜਾਓਗੇ। ਸੇਵਾ ਵਾਲੇ ਬਸਤਰ ਤੇ ਸਰੀਰ ਤੇ ਜਿਹੜੀ ਕਾਰ ਸੇਵਾ ਆਪਦੇ ਘਰ ਲੈ ਕੇ ਜਾਓ, ਉੱਥੇ ਜਾ ਕੇ ਇਸ਼ਨਾਨ ਕਰਿਓ। ਜੇ ਇੱਥੇ ਹੀ ਨਹਾ ਲਿਆ ਤੇ ਸੇਵਾ ਤਾਂ ਇੱਥੇ ਰਹਿ ਗਈ, ਘਰ ਕੀ ਲਿਜਾਓਗੇ। ਪ੍ਰਸ਼ਾਦ ਹੈ ਮਹਾਰਾਜ ਦਾ। ਇੰਨੀ ਸ਼ਰਧਾ ਹੁੰਦੀ ਹੈ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ। ਅਤੇ ਇਸ ਵਾਸਤੇ ਬਿੰਨੂ ਨੂੰ ਪੈਰ ਨਹੀਂ ਲੱਗਣ ਦਿੰਦੇ, ਕਈਆਂ ਬਾਲਟੇ ਸਾਂਭ ਰੱਖਦੇ। ਤੋ ਇਸ ਵਾਸਤੇ ਜਿਹੜੀ ਮਹਾਰਾਜ ਦੀ ਕਾਰ ਸੇਵਾ ਹੈ, ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਸੇ ਰਾਗੀ ਕੋ ਕੀਰਤਨ ਸਿੱਖਿਆ, ਉਹਦਾ ਨਾਮ ਮੈਨੂੰ ਦੱਸ ਦਿਓ ਵੀ ਫਲਾਣੇ ਰਾਗੀ ਕੋਲ ਸਿੱਖਿਆ। ਪਰ ਜਿੰਨੇ ਵੀ ਰਾਗ ਨੇ ਸਾਰਿਆਂ ਰਾਗਾਂ 'ਚ ਮਹਾਰਾਜ ਨੇ ਬਾਣੀ ਉਚਾਰੀ ਹੈ। ਬੌਲੀ ਸਾਹਿਬ ਦੀ ਸੇਵਾ ਤੋਂ ਸਾਧ ਸੰਗਤ ਜੀ ਬਖਸ਼ਿਸ਼ ਮਿਲੀ। ਇਸ ਲਈ ਤੁਸੀਂ ਕੁਛ ਘਰ ਲਿਜਾਣਾ ਚਾਹੁੰਦੇ ਹੋ ਤੇ ਝਾੜੂ ਫੇਰ ਕੇ ਤੇ ਬਰਤਨ ਮਾਂਜ ਕੇ
ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਟਹਿਲ ਕਰਕੇ ਆਪਦੇ ਘਰ ਲਾਭ ਲੈ ਕੇ ਜਾਓ। ਲਾਹਾ ਘਰ ਆਣਿਆ ਹਿਰਦੇ ਰੂਪੀ ਘਰ ਦੇ ਵਿੱਚ ਲਾਭ ਲੈ ਕੇ ਆਓ, ਆਪਾਂ ਲਿਆਂਦਾ ਹੈ। ਗੁਰਬਾਣੀ ਨਿਰਵਾਣ ਗੁਰਾਂ ਦੀ ਬਾਣੀ ਦੁਆਰਾ ਬੰਧਨਾਂ ਆਦਤਾਂ ਤੋਂ ਰਹਿਤ ਸ਼ਬਦ ਪਛਾਣਿਆ ਬ੍ਰਹਮ ਨੂੰ ਪਹਿਚਾਨ ਲਿਆ, ਤੁਸੀਂ ਵੀ ਪਹਿਚਾਣੋ। ਨਾਨਕ ਕੀ ਅਰਦਾਸ ਇਹ ਵਾਹਿਗੁਰੂ ਮੇਰੀ ਤਾਂ ਸੇਵਕ ਦੀ ਇੱਕੋ ਹੀ ਅਰਦਾਸ ਜੇ ਹੈ, ਤੁਧ ਭਾਵ ਸੀ ਜੇ ਤੈਨੂੰ ਭਾ ਜਾਵੇ ਕੀ ਮੰਗਦਾ ਹੈ ਸਿੱਖਾ। ਮੈਂ ਦੀਜੈ ਨਾਮ ਨਿਵਾਸ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਦਾ ਵਾਸਾ ਮੇਰੇ ਹਿਰਦੇ ਵਿੱਚ ਵਸਾ ਦਿਓ ਜੀ। ਹਰ ਗੁਣ ਗਾਵਸੀ ਜਿਸ ਕਰਕੇ ਮੈਂ ਤੇਰੇ ਹਰੇ ਭਰੇ ਕਰਨ ਵਾਲੇ ਸ਼ੁਭ ਗੁਣਾਂ ਨੂੰ ਹਮੇਸ਼ਾ ਹੀ ਗਾਉਂਦਾ ਰਹਾਂ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਕੱਲਾ ਸਿਮਰਨ ਕਰਨ ਤੋਂ ਕਮਾਈ ਜ਼ਿਆਦਾ ਕਰਨੀ ਪੈਂਦੀ ਹੈ, ਸੇਵਾ ਕਰਨ ਦੇ ਨਾਲ ਡਬਲ ਲਾਭ ਮਿਲਦਾ। ਗੱਡੀ 2 ਜਾਂ 4 ਪਹੀਆਂ 'ਤੇ ਚੱਲੇ ਉਨੀ ਛੇਤੀ ਪਹੁੰਚੂਗੀ, ਅਤੇ ਇਸ ਵਾਸਤੇ ਸਫ਼ਰ ਜਲਦੀ ਤੈਅ ਹੋਊਗਾ। ਨਾਮ ਦਾ ਵਾਸਾ ਸੇਵਾ ਕਰਨ ਤੋਂ ਜਲਦੀ ਹੁੰਦਾ। ਮਹਾਰਾਜ ਕਿਰਪਾ ਕਰਨ, ਭੁੱਲ ਚੋਂ ਖਿਮਾ ਕਰਨ ਜੀ, ਅੱਗੇ ਤੋਂ ਸਮਤ ਬਖਸ਼ਣ, ਉਪਦੇਸ਼ ਹਿਰਦੇ 'ਚ ਵਸਾ ਦੇਣ। ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।